ਗੁਣ ਗਾਓ ਸੁਖਾਉ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸੰਮਦੀ ਨੂਰੇ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਅਪਰ ਸਹਾਇਕ ਹੋਏ ਨਹਿ ਕਿਆ ਕਰੈ ਅਕੇਲਾ ਸੁਨੀ ਸਿਫਤ ਤੁਮ ਸੂਰਮੈ ਦਲ ਅਦਕ ਸਕੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਨ ਕੀਤਾ ਹੈ ਕਟੋਚੀਆ ਰਾਜਾ ਨਾਮ ਹੈ ਕਿਰਪਾਲ ਚੰਦ। ਕਾਂਗੜ ਇਸ ਦੀ ਰਾਜਧਾਨੀ ਹੈ। ਕਾਂਗੜਾ ਸ਼ਹਿਰ ਜੋ ਹੈ ਇਹ ਰਾਜਧਾਨੀ ਹੈ। ਕਿਰਪਾਲ ਚੰਦ ਰਾਜੇ ਦਾ ਨਾਮ ਹੈ। ਰਾਜਨੀਤੀ ਖੇਡਦਿਆਂ ਹੋਇਆਂ ਇਸ ਨੇ ਇੱਕ ਵਕੀਲ ਆਪਣਾ ਭੀਮ ਚੰਦ ਰਾਜੇ ਕੋਲ ਭੇਜਿਆ। ਮੈਂ ਤੇਰੀ ਮਦਦ ਵਾਸਤੇ ਤਿਆਰ ਹਾਂ, ਗੁਰੂ ਗੋਬਿੰਦ ਸਿੰਘ ਦੇ ਉੱਪਰ ਹਮਲਾ ਕਰ ਦੇ ਅਤੇ ਸਤਿਗੁਰਾਂ ਨੂੰ ਆਪਣੀ ਰਿਆਸਤ ਵਿੱਚੋਂ ਬਾਹਰ ਕੱਢ ਦੇ। ਇਸੇ ਰਾਜੇ ਨੇ ਇੱਕ ਦੂਜਾ ਵਕੀਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੇਜਿਆ ਅਤੇ ਸਤਿਗੁਰਾਂ ਨੂੰ ਇਹ ਗੱਲ ਆਖੀ, ਮਹਾਰਾਜ ਮੈਂ ਤੁਹਾਡੇ ਨਾਲ ਹਾਂ, ਭੀਮ ਚੰਦ ਨਾਲ ਜੰਗ ਕਰਕੇ ਅਤੇ ਇਸ ਨੂੰ ਖਤਮ ਕਰ ਦਿਓ। ਇਸ ਰਾਜੇ ਨੇ ਦੋ ਵਕੀਲ ਇੱਕ ਭੀਮ ਚੰਦ ਕੋਲ ਭੇਜ ਦਿੱਤਾ, ਇੱਕ ਮਹਾਰਾਜ ਕੋਲ ਭੇਜਿਆ। ਸਤਿਗੁਰਾਂ ਨੂੰ ਭੀਮ ਚੰਦ ਨਾਲ ਲੜਾਉਣ ਵਾਸਤੇ ਇਹਦਾ ਵਕੀਲ ਆ ਕੇ ਗੱਲਾਂ ਕਰਦਾ। ਕੁਝ ਬਚਨ ਆਪਾਂ ਕੱਲ੍ਹ ਸਰਵਣ ਕੀਤੇ, ਬਾਕੀ ਦਾ ਇਤਿਹਾਸ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਪਰ ਸਹਾਇਕ ਹੋਏ ਨਹਿ ਕਿਆ ਕਰੈ ਅਕੇਲਾ। ਇਹ ਕਿਰਪਾਲ ਚੰਦ ਰਾਜੇ ਦਾ ਆਇਆ ਹੋਇਆ ਵਕੀਲ ਜਿਹੜਾ ਹੈ ਨਾ, ਉਹ ਮਹਾਰਾਜ ਨੂੰ ਕਹਿ ਰਿਹਾ, ਕਹਿੰਦਾ ਮਹਾਰਾਜ ਵੀ ਭੀਮ ਚੰਦ ਦੀ ਕਿਸੇ ਨੇ ਮਦਦ ਨਹੀਂ ਕਰਨੀ। ਭਾਵੇਂ ਕਿ ਪਹਾੜਾਂ ਦੇ 22 ਰਾਜੇ ਨੇ, 22 ਰਾਜਿਆਂ ਦੇ ਵਿੱਚੋਂ ਕੋਈ ਵੀ ਰਾਜਾ ਭੀਮ ਚੰਦ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ। ਕੇਵਲ ਉਹਦੇ ਮਨ ਵਿੱਚ ਹੰਕਾਰ ਹੈ ਅਤੇ ਉਹਦੇ ਹੰਕਾਰ ਨੂੰ ਪਾਤਸ਼ਾਹ ਤੁਸੀਂ ਤੋੜ ਸਕਦੇ ਜੇ। ਤੁਸੀਂ ਘਬਰਾਓ ਨਾ, ਮੈਂ ਤੁਹਾਡੇ ਨਾਲ ਹਾਂ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਇਹ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭੀਮ ਚੰਦ ਦੀ ਮਦਦ ਵਿੱਚ ਕਿਸੇ ਵੀ ਰਾਜੇ ਨੇ ਆਉਣਾ ਨਹੀਂ, ਅਤੇ ਇਕੱਲਾ ਉਹ ਕੀ ਕਰ ਸਕਦਾ ਹੈ। ਸੁਣੀ ਸਿਫਤ ਤੁਮ ਸੂਰਮੈ ਦਲ ਅਦਕ ਸਕੇਲਾ। ਮੈਂ ਤੁਹਾਡੀ ਸਿਫਤ ਸੁਣੀ ਹੈ ਲੋਕਾਂ ਦੇ ਕੋਲੋਂ ਵੀ ਤੁਸੀਂ ਬਹੁਤ ਵੱਡੀ ਫੌਜ ਜਿਹੜੀ ਹੈ ਉਹ ਇਕੱਠੀ ਕਰਕੇ ਰੱਖੀ। ਮਹਾਰਾਜ ਤੁਹਾਡੀ ਸਿਫਤ, ਤੁਹਾਡੀ ਬਹਾਦਰੀ ਜਿਹੜੀ ਹੈ ਨਾ, ਬਹਾਦਰਾਂ ਦੇ ਵਿੱਚ ਸੂਰਮਿਆਂ ਦੇ ਵਿੱਚ ਤੁਹਾਡੀਆਂ ਗਾਥਾ ਚੱਲਦੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਵੱਡੇ ਸੂਰਮੇ ਨੇ। ਮਹਾਰਾਜ ਇਹ ਤੁਹਾਡੀ ਸਿਫਤ ਮੈਂ ਕਈਆਂ ਕੋਲੋਂ ਸੁਣੀ ਹੈ। ਅੰਤਰ ਜਾਮੇ ਤਬ ਕਹਿਓ ਜੋ ਕਰੈ ਸੋ ਪਾਵੇ। ਹੁਣ ਇੱਕ ਵਿਅਕਤੀ ਪਰਮਾਤਮਾ ਨੂੰ ਛਲਣਾ ਚਾਹਵੇ ਤੇ ਗੁਰਮੁਖੋਂ ਛਲਿਆ ਨਹੀਂ ਜਾਂਦਾ। ਰਾਜਾ ਤੇ ਰਾਜਨੀਤੀ ਖੇਡਦਾ ਪਿਆ ਵੀ ਇੱਕ ਬੰਦਾ ਭੀਮ ਚੰਦ ਕੋਲ ਭੇਜਿਆ, ਇੱਕ ਬੰਦਾ ਗੁਰੂ ਗੋਬਿੰਦ ਸਿੰਘ ਕੋਲ ਭੇਜਿਆ ਕਿ ਮਹਾਰਾਜ ਨੂੰ ਉਹਦੇ ਨਾਲ ਲੜਾਇਆ ਜਾਵੇ। ਪਰ ਅੰਤਰਜਾਮੀ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨੇ। ਅਤੇ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਆਪਣੇ ਰਾਜੇ ਨੂੰ ਇਹ ਗੱਲ ਕਹਿ ਦਿਓ, ਗੁਰੂ ਦਾ ਘਰ ਤੇ ਨਿਰਵੈਰ ਹੈ। ਇੱਥੇ ਜਿਹੋ ਜਿਹਾ ਕੋਈ ਕਰਮ ਕਰੇਗਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋਣਾ ਹੀ ਹੋਣਾ ਹੈ।
ਅਸੀਂ ਕਿਸੇ ਤੇ ਵੱਧ ਕੇ ਨਹੀਂ ਜਾਵਾਂਗੇ, ਕਿਸੇ ਦੇ ਉੱਪਰ ਆਪਣੀ ਫੌਜ ਦੇ ਨਾਲ ਚੜ੍ਹਾਈ ਨਹੀਂ ਕਰਾਂਗੇ, ਪਰ ਜਿਹੜਾ ਵੀ ਵੱਧ ਕੇ ਆਏਗਾ ਨਾ ਗੁਰੂ ਘਰ ਦੇ ਉੱਪਰ, ਇਹ ਘਰ ਨਿਰਵੈਰ ਹੈ। ਜਿਸ ਤਰ੍ਹਾਂ ਦਾ ਕੋਈ ਕਰਮ ਕਰੇਗਾ ਉਸ ਤਰ੍ਹਾਂ ਦੇ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਚਿੱਤ ਹੈ ਖੁਟਾਈ ਦੁੱਖ ਲਹਾ ਹੈ ਨਾ ਸ਼ੁਭਨ ਆਵੇ। ਜਿਹੜਾ ਬੰਦਾ ਮਨ ਵਿੱਚ ਖੁਟਿਆਈ ਲੈ ਕੇ ਆਵੇਗਾ ਨਾ, ਖੋਟ ਲੈ ਕੇ ਆਉਂਦਾ ਗੁਰੂ ਘਰੇ, ਭਾਵੇਂ ਉਸ ਵੇਲੇ ਤੇ ਭਾਵੇਂ ਅੱਜ, ਜਿਸ ਤਰ੍ਹਾਂ ਦੀ ਕੋਈ ਖੋਟ ਲੈ ਕੇ ਆਉਂਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲ ਜਾਂਦਾ। ਗੁਰੂ ਦਾ ਘਰ ਤੇ ਸੀਸੇ ਵਰਗਾ ਹੈ, ਜਿਵੇਂ ਦਾ ਮੂੰਹ ਲੈ ਕੇ ਆਵੇਂਗਾ ਉਵੇਂ ਦੀ ਤਸਵੀਰ ਵੇਖੇਂਗਾ। ਮਨ ਵਿੱਚ ਖੁਟਿਆਈ ਲੈ ਕੇ ਆਇਆ, ਮਨ ਦੇ ਵਿੱਚ ਖੋਟਾਪਨ ਲੈ ਕੇ ਆਇਆ ਤੇ ਮਿਲੇਗਾ ਕੁਝ ਨਹੀਂ, ਸਗੋਂ ਖੋਟਾ ਹੋ ਕੇ ਤੁਰ ਜਾਏਗਾ। ਜਿਸ ਤਰ੍ਹਾਂ ਦੀ ਕੋਈ ਭਾਵਨਾ ਲਿਆਉਂਦਾ ਉਸ ਤਰ੍ਹਾਂ ਦਾ ਫਲ ਪਾਉਂਦਾ ਹੈ। ਇਤਿਆਦਿਕ ਕਰ ਵਾਰਤਾ ਪੁਨ ਗਇਓ ਵਕੀਲਾਂ। ਸਤਿਗੁਰਾਂ ਦੇ ਨਾਲ ਗੁਰਮੁਖੋ ਇਹ ਬਚਨ ਬਿਲਾਸ ਹੁੰਦੇ ਪਏ। ਮਹਾਰਾਜ ਉਹਨਾਂ ਦੀ ਕਿਸੇ ਗੱਲ ਵਿੱਚ ਨਹੀਂ ਆਏ, ਕਹਿਣ ਲੱਗੇ ਸਾਨੂੰ ਸਮਝਾਉਣ ਦੀ ਲੋੜ ਨਹੀਂ ਹੈ, ਅਸੀਂ ਕਿਸੇ ਤੇ ਵਾਅਦਾ ਨਹੀਂ ਕਰਾਂਗੇ, ਪਰ ਜਿਹੜਾ ਸਾਡੇ ਤੇ ਫੌਜ ਲੈ ਕੇ ਅਨੰਦਪੁਰ ਸਾਹਿਬ ਚੜ੍ਹੇਗਾ ਫਿਰ ਉਹਦੇ ਤੋਂ ਅਸੀਂ ਪਿੱਛੇ ਵੀ ਨਹੀਂ ਹਟਾਂਗੇ। ਮਹਾਰਾਜ ਦਾ ਇਹ ਜਵਾਬ ਸੁਣ ਕੇ ਤੇ ਵਕੀਲ ਜਿਹੜਾ ਆਇਆ ਸੀ ਨਾ ਕਾਂਗੜ ਸ਼ਹਿਰ ਤੋਂ, ਆਪਣੇ ਰਾਜੇ ਨੂੰ ਦੱਸਣ ਵਾਸਤੇ ਫਿਰ ਚਲਾ ਗਿਆ ਹੈ। ਦਈ ਸੁਨਾਏ ਕਟੋਚ ਕੋ ਗੁਰਗੁਨੀ ਗਹੀ ਲਓ। ਇਹ ਜਿਹੜਾ ਕਟੋਚੀਆ ਰਾਜਾ ਨਾ ਗੁਰਮੁਖੋ, ਕਟੋਚ ਇੱਕ ਰਿਆਸਤ ਹੈ, ਪਹਾੜੀ ਰਾਜਿਆਂ ਦੀਆਂ 22 ਰਿਆਸਤਾਂ, ਜਿਵੇਂ ਕਹਿਲੂਰ ਰਿਆਸਤ ਹੈ ਇਸੇ ਤਰ੍ਹਾਂ ਕਟੋਚ ਵੀ ਇੱਕ ਰਿਆਸਤ ਹੈ। ਤੇ ਆਪਣੇ ਰਾਜੇ ਨੂੰ ਜਾ ਕੇ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸਾਰੀਆਂ ਗੱਲਾਂ ਜਾ ਕੇ ਇਸ ਵਿਅਕਤੀ ਨੇ ਦੱਸੀਆਂ ਹਨ। ਤਿਆਰੀ ਲਰਵੇ ਜੰਗ ਕੀ ਨਿਤ ਕਰੈ ਕਨੇਰੀ। ਇਸ ਨੇ ਜਾ ਕੇ ਦੱਸਿਆ ਵੀ ਮਹਾਰਾਜ ਜੰਗ ਦੀ ਤਿਆਰੀ ਕਰਕੇ ਬੈਠੇ ਨੇ, ਸੂਰਮੇ ਉਹਨਾਂ ਨੇ ਭਰਤੀ ਕਰ ਲਏ ਨੇ, ਘੋੜਿਆਂ ਦੀ ਫੌਜ ਉਹਨਾਂ ਕੋਲ ਬਹੁਤੀ ਵੱਡੀ ਹੈ ਤੇ ਮਹਾਰਾਜ ਬੜੀ ਵੱਡੀ ਫੌਜ ਲੈ ਕੇ ਤਿਆਰੀ ਕੀਤੀ ਹੈ। ਸੁਨ ਕਿਰਪਾਲ ਆਨੰਦ ਭਾਵਨ ਹੈ ਜਿੰਬੈਰੀ। ਤੇ ਕਿਰਪਾਲ ਚੰਦ ਨਾਮ ਦਾ ਰਾਜਾ ਬੜਾ ਖੁਸ਼ ਹੋਇਆ ਮਨ ਦੇ ਵਿੱਚ, ਜਦੋਂ ਵਕੀਲ ਨੇ ਜਾ ਕੇ ਦੱਸਿਆ ਨਾ ਵੀ ਮਹਾਰਾਜ ਫੌਜ ਇਕੱਠੀ ਕਰੀ ਬੈਠੇ, ਸ਼ਸਤਰ ਉਹਨਾਂ ਨੇ ਬਣਾਏ ਹੋਏ, ਘੋੜੇ, ਸਾਰੀਆਂ ਤਿਆਰੀਆਂ ਮਹਾਰਾਜ ਜੰਗ ਵੱਲੋਂ ਪੂਰੀਆਂ ਨੇ। ਇਹ ਗੱਲ ਸੁਣ ਕੇ ਕਿਰਪਾਲ ਚੰਦ ਰਾਜਾ ਬੜਾ ਖੁਸ਼ ਹੋਇਆ ਮਨ ਦੇ ਵਿੱਚ, ਕਹਿਣ ਲੱਗਾ ਵੀ ਇਹ ਤੇ ਮਨ ਭਾਉਂਦੀ ਗੱਲ ਬਣੀ ਹੈ, ਦੁਸ਼ਮਣ ਦੇ ਨਾਲ ਦੁਸ਼ਮਣ ਲੜੇਗਾ ਤੇ ਮੇਰਾ ਫਾਇਦਾ ਹੋਵੇਗਾ। ਹੁਣ ਭੀਮ ਚੰਦ ਵੀ ਮੇਰਾ ਦੁਸ਼ਮਣ ਹੈ ਤੇ ਗੁਰੂ ਗੋਬਿੰਦ ਸਿੰਘ ਵੀ ਦੁਸ਼ਮਣ ਨੇ, ਜਦੋਂ ਆਪਸ ਵਿੱਚ ਲੜਨਗੇ ਇਹਨਾਂ ਦੀ ਸ਼ਕਤੀ ਖਤਮ ਹੋਵੇਗੀ, ਬਲ ਘਟੇਗਾ, ਮੇਰੀ ਤਾਕਤ ਵਧੇਗੀ। ਇਸ ਤਰ੍ਹਾਂ ਸੋਚ ਕੇ ਮਨ ਵਿੱਚ ਬੜਾ ਖੁਸ਼ ਹੈ। ਭੀਮ ਚੰਦ ਅਰ ਸਤਿਗੁਰੂ ਨ ਹੋਵੇ ਮੇਲਾ। ਤੇ ਇਹ ਭੀਮ ਚੰਦ ਦਾ ਤੇ ਗੁਰੂ ਦਾ ਮੇਲ ਨਾ ਹੋਵੇ, ਕਿਉਂਕਿ ਉਹਦੇ ਮਨ ਵਿੱਚ ਡਰ ਇਹ ਵੀ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਨੂੰ ਨਾਲ ਮਿਲਾ ਲਿਆ ਨਾ ਭੀਮ ਚੰਦ ਨੇ, ਤੇ ਭੀਮ ਚੰਦ ਦੀ ਤਾਕਤ ਵੱਧ ਜਾਣੀ ਹੈ, ਕਿਤੇ ਮੇਰੀ ਰਿਆਸਤ 'ਤੇ ਨਾ ਹਮਲਾ ਕਰ ਦੇਣ, ਮੇਰਾ ਰਾਜ ਨਾ ਖੋਹ ਲੈਣ। ਪਰ ਜੇ ਆਪਸ ਵਿੱਚ ਇਹ ਦੁਸ਼ਮਣ ਬਣ ਗਏ ਤੇ ਫਿਰ ਇਹਨਾਂ ਦੋਨਾਂ ਨੂੰ ਮੇਰੀ ਲੋੜ ਪੈਣੀ ਹੈ, ਮੇਰੇ 'ਤੇ ਹਮਲਾ ਕਰਨ ਦੀ ਤੇ ਦੂਰ ਦੀ ਗੱਲ, ਇਹ ਫਿਰ ਦੋਨੇ ਜਾਣੇ ਮੇਰੇ ਮਿੱਤਰ ਬਣ ਕੇ ਰਹਿਣਗੇ। ਰਾਜਨੀਤੀ ਆਪਣਾ ਫਾਇਦਾ ਸੋਚਦਾ, ਇਸ ਤਰ੍ਹਾਂ ਸੋਚ ਕੇ ਬੜਾ ਖੁਸ਼ ਹੈ। ਇਸ ਤੇ ਹਮਕੋ ਗੁਣ ਬੜੇ ਰਹਿਬਾ ਦੁਹਿਲਾ। ਇਹਦੇ ਵਿੱਚ ਸਾਨੂੰ ਬੜੇ ਵੱਡੇ ਗੁਣ ਨੇ, ਸਾਡਾ ਬੜਾ ਵੱਡਾ ਇਹਦੇ ਵਿੱਚ ਫਾਇਦਾ ਹੈ। ਮਹਾਰਾਜ ਲਾੜੀ ਪੈਣ ਭੀਮ ਚੰਦ ਰਾਜੇ ਨਾਲ ਤੇ ਚੰਗੀ ਗੱਲ ਹੈ। ਇਮ ਹੀ ਕਹਿ ਕਹਿ ਪਠਵਤੋ ਜਿਮ ਪਰੈ ਕਹਿਣ ਲੜਾਈ। ਲੱਗੇ ਵੀ ਹਟਿਆ ਨਹੀਂ, ਇਸੇ ਤਰ੍ਹਾਂ ਇਹ ਬੰਦਾ ਕਿਤੇ ਨਾ ਕਿਤੇ ਵਕੀਲ ਭੇਜ ਹੀ ਛੱਡਦਾ, ਕਦੇ ਭੀਮ ਚੰਦ ਨੂੰ ਕਹਿੰਦਾ ਵੀ ਮਹਾਰਾਜ ਤੇ ਹਮਲਾ ਕਰਦੇ, ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਭੀਮ ਚੰਦ ਨੂੰ ਖਤਮ ਕਰ ਦਿਓ। ਇਸ ਤਰ੍ਹਾਂ ਵਾਰ-ਵਾਰ ਇਹ ਆਪਣੇ ਮਨੁੱਖ ਭੇਜਦਾ ਹੈ। ਤਉ ਭੂਪ ਕਹਿ ਲੂਰੀਆ ਰਾਖੈ ਮਧੁਰਾਈ। ਪਰ ਇਹ ਜਿਹੜਾ ਕਹਿਲੂਰਪਤੀ ਹੈ ਨਾ ਰਾਜਾ ਭੀਮ ਚੰਦ, ਇਹ ਹਾਲੇ ਗੁਰੂ ਨਾਲ ਵਿਗਾੜਨਾ ਨਹੀਂ ਚਾਹੁੰਦਾ। ਉਹਦਾ ਕਾਰਨ ਇਹ ਹੈ, ਇਹਦੇ ਮਨ ਵਿੱਚ ਇਹ ਇੱਛਾ ਹੈ ਵੀ ਜੇ ਮਹਾਰਾਜ ਨਾਲ ਮਿੱਤਰਤਾ ਹੀ ਰੱਖਾਂਗਾ ਤੇ ਮਹਾਰਾਜ ਆਪਣਾ ਪ੍ਰਸਾਦੀ ਹੱਥ ਹੀ ਮੈਨੂੰ ਦੇ ਦੇਣਗੇ, ਔਰ 2.5 ਲੱਖ ਦੀ ਜਿਹੜੀ ਚਾਂਦਨੀ ਮਹਾਰਾਜ ਦੇ ਕੋਲ ਹੈ ਉਹ ਵੀ ਮੈਨੂੰ ਦੇ ਦੇਣਗੇ। ਮੈਂ ਜੇ ਮਹਾਰਾਜ ਨਾਲ ਕਿਤੇ ਮਾੜਾ ਮੋਟਾ ਗੁੱਸੇ ਹੋ ਗਿਆ ਤੇ ਕਿਤੇ ਇਹ ਨਾ ਹੋਵੇ ਵੀ ਮਹਾਰਾਜ ਮੈਨੂੰ ਇਹ ਚੀਜ਼ਾਂ ਦੇਣ ਨਾ। ਆਪਣਾ ਪ੍ਰਯੋਜਨ ਮਤਲਬ ਅੱਗੇ ਰੱਖ ਕੇ ਇਹ ਰਾਜਾ ਹਾਲੇ ਤੇ ਮਹਾਰਾਜ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਉੱਪਰੋਂ ਕਰਦਾ, ਪਰ ਮਨ ਇਹਦੇ ਵਿੱਚ ਵੀ ਖੋਟ ਹੀ ਹੈ। ਤੇ ਦੂਜਾ ਕਾਰਨ ਇਹ ਆ ਵੀ ਇਹਨੇ ਆਪਣੇ ਪੁੱਤਰ ਦਾ ਘਰ ਵਿੱਚ ਵਿਆਹ ਰੱਖਿਆ। ਇਹਦਾ ਭਾਵ ਇਹ ਆ ਵੀ ਵਿਆਹ ਤੱਕ ਮੈਂ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਦੁੱਖ ਵਾਲਾ ਕੰਮ ਨਾ ਕਰਾਂ ਕਿ ਬਾਅਦ ਵਿੱਚ ਮੈਨੂੰ ਮੁਸੀਬਤ ਪੈ ਜਾਵੇ। ਇਸ ਕਰਕੇ ਇਹ ਭੀਮ ਚੰਦ ਰਾਜਾ ਮਹਾਰਾਜ ਨਾਲ ਥੋੜ੍ਹਾ ਹਾਲੇ ਨਿਵਕੇ ਤੇ ਮਿੱਠੇ ਬਚਨਾਂ ਨਾਲ ਚੱਲਦਾ ਹੈ। ਦੁਰਦ ਪ੍ਰਸਾਦੀ ਕੋਚ ਹੈ ਜਿਮ ਜਾ ਚਉਦੈ ਹੈ। ਮਨ ਵਿੱਚ ਸੋਚਦਾ ਵੀ ਮਹਾਰਾਜ ਕੋਲੋਂ ਪ੍ਰਸਾਦੀ ਹੱਥੀ ਮੰਗਣਾ ਹੈ, ਜੇ ਮੈਂ ਲੜ ਪਿਆ ਤੇ ਬਾਅਦ ਵਿੱਚ ਤੇ ਗੱਲ ਬਿਲਕੁਲ ਹੀ ਬੰਨੀ ਨਹੀਂ। ਚਲੋ ਮਹਾਰਾਜ ਨਾਲ ਮਿੱਠੇ ਪਿਆਰੇ ਹੋ ਕੇ ਇੱਕ ਵਾਰੀ ਹਾਥੀ ਲੈ ਲਈਏ, ਇਹ ਆਪਣਾ ਮਤਲਬ ਕੱਢਣਾ ਕਰੀਏ। ਅਨਹ ਡੇਰਾ ਵਿਆਹ ਮੈਂ ਦੁੱਤ ਅਦਕ ਸਜੈ ਹੈ। ਸਤਿਗੁਰੂ ਪਾਤਸ਼ਾਹ ਜੀ ਮੈਨੂੰ ਆਪਣਾ ਹਾਥੀ ਦੇਣਗੇ, ਮੈਂ ਆਪਣੇ ਪੁੱਤਰ ਦਾ ਵਿਆਹ ਕਰਾਂਗਾ, ਉਹਦੇ ਵਿੱਚ ਮੇਰੀ ਬੜੀ ਸ਼ੋਭਾ ਹੋਵੇਗੀ। ਵੀ ਵੇਖੋ
ਇਹ ਲੜਕੇ ਦੇ ਬਾਪ ਦੇ ਕੋਲ ਕਿੰਨਾ ਸੋਹਣਾ ਹਾਥੀ ਹੈ ਰਿਸ਼ਤੇਦਾਰਾਂ ਵਿੱਚ, ਬਾਕੀ ਦੂਜਿਆਂ ਰਾਜਿਆਂ ਵਿੱਚ ਮੇਰੀ बढ़त बढ़ेगी, मेरी चढ़ाई होवेगी जे महाराज मैनू हाथी दे देना करना। यहाँ ते रस राखन चहत बन कपटी मीता। मन दे विच ते कपट है पर उपरों उपरों महाराज नाल ये मिठा बनना चाहुंदा। मित्र भी इहो जिहा बनना चाहुंदा जिस नूं कपटी मित्र आखिया जांदा है। उपरों ते मिठियां ते प्यार भरियां गल्लां, मन विच कपट ते खोट है, कदों समा मिले ते कदों मैं वार करां, ऐसी इस दी भावना है। अंतरजामी साथ किम छल करन बहीता। पर सतगुरु पातशाह ते अंतरजामी ने ना गुरमुखो, गुरु नाल ते नहीं ना छल कीता जांदा। बंदा भावें किन्ना भी सियाणा क्यों ना होवे, किन्ना भी चतुर क्यों ना होवे, गुरु अगे परमेश्वर अगे सियाणप चतुराई चलदी नहीं। सहस सियाणपां लख होए, ਇੰਨੀਆਂ ਹੁੰਦੀਆਂ ਨਹੀਂ ਬੰਦੇ ਵਿੱਚ। ਲੱਖਾਂ ਸਿਆਣਪਾਂ ਕਿੱਥੇ ਹੁੰਦੀਆਂ, ਸਿਆਣਪਾਂ ਦੇ ਇੱਕ ਦੋ ਹੀ ਹੁੰਦੀਆਂ ਨੇ, ਬਾਕੀ ਤੇ ਬੰਦੇ ਵਿੱਚ ਔਗਣ ਹੀ ਹੁੰਦੇ। ਪਰ ਮੰਨ ਲਓ ਜੇ ਇੰਨੇ ਗੁਣ ਆ ਵੀ ਜਾਣ ਤੇ ਤਾਂ ਵੀ ਇਹ ਚਤੁਰਾਈਆਂ ਪਰਮੇਸ਼ਰ ਅੱਗੇ ਨਹੀਂ ਚੱਲਦੀਆਂ। ਭੀਮ ਚੰਦ ਭਾਵੇਂ ਮੂੰਹੋਂ ਬੜਾ ਮਿੱਠਾ ਬਣਦਾ ਪਰ ਗੁਰੂ ਅੱਗੇ ਇਹਦੀ ਇਹ ਚਤੁਰਾਈ ਚੱਲਣੀ ਨਹੀਂ ਹੈ। ਕਹਿ ਕਹਿ ਪਠੈ ਮਿਲਾਪ ਕੇ ਹਿਤ ਜੋਤ ਮ੍ਰਿਦ ਬੈਨਾ। ਮਹਾਰਾਜ ਦੇ ਕੋਲ ਆਪਣੇ ਰੋਜ਼ ਕੋਈ ਨਾ ਕੋਈ ਬੰਦਾ, ਕਦੇ ਵਜ਼ੀਰ ਭੇਜ ਦਿੱਤਾ, ਕਦੇ ਫੌਜ ਦਾ ਕੋਈ ਕਮਾਂਡਰ ਭੇਜ ਦਿੱਤਾ, ਕਦੇ ਕੋਈ ਆਪਣਾ ਹੋਰ ਮੰਤਰੀ ਭੇਜ ਦਿੱਤਾ। ਭੀਮ ਚੰਦ ਕੋਈ ਨਾ ਕੋਈ ਬੰਦਾ ਮਹਾਰਾਜ ਕੋਲ ਭੇਜਦਾ ਰਹਿੰਦਾ ਵੀ ਮਹਾਰਾਜ ਨਾਲ ਮੇਰੀ ਮਿੱਤਰਤਾਈ ਜਿਹੜੀ ਉਹ ਬਣੀ ਰਹਿਣਾ ਕਰੇ। ਮਹੀ ਸ਼੍ਰੀ ਸਤਿਗੁਰ ਕਹਿ ਵਿੱਚ ਸਾਰ ਐ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਜਿਵੇਂ ਦਾ ਕੋਈ ਬੰਦਾ ਆਉਂਦਾ ਨਾ ਤੇ ਮਹਾਰਾਜ ਵੀ ਉਵੇਂ ਦਾ ਹੀ ਅੱਗੋਂ ਜਵਾਬ ਦਿੰਦੇ। ਸਤਿਗੁਰੂ ਜਾਣਦੇ ਨੇ ਵੀ ਚਤੁਰਾਈ ਕਰਦਾ ਪਿਆ, ਮਹਾਰਾਜ ਵੀ ਉਵੇਂ ਦੀ ਗੋਲਮੋਲ ਜੀ ਗੱਲ ਕਰਕੇ ਇਹਨਾਂ ਨੂੰ ਟਾਲ ਦਿੰਦੇ ਹਨ। ਬੀਤਿਓ ਕੇਤਕ ਸਮਾਂ ਸਾਹ ਸੁਧਵਾਇਓ। ਇਸ ਤਰ੍ਹਾਂ ਕਹਿਣ ਲੱਗੇ ਲੰਘਦਿਆਂ ਗੁਰਮੁਖੋ ਕਈ ਮਹੀਨੇ ਲੰਘ ਗਏ ਤੇ ਅੱਜ ਉਹ ਦਿਨ ਆ ਗਿਆ ਜਦੋਂ ਭੀਮ ਚੰਦ ਰਾਜੇ ਦੇ ਪੁੱਤਰ ਦਾ ਵਿਆਹ ਬਿਲਕੁਲ ਨੇੜੇ ਆ ਗਿਆ। ਸਾਇਆ ਸੁਧਵਾਇਆ ਗਿਆ, ਸਾਇਆ ਉਸ ਵੇਲੇ ਤਿਆਰ ਕੀਤਾ ਗਿਆ, ਦਿਨ ਕੱਢਿਆ ਗਿਆ ਵੀ ਉਹ ਦਿਨ ਕਿਹੜਾ ਜਦੋਂ ਵਿਆਹ ਕਰਨਾ। ਕਹਿਣ ਲੱਗੇ ਉਹ ਦਿਨ ਦਿਨ ਜਿਹੜਾ ਹੈ ਵਿਆਹ ਦਾ ਮਿਥਿਆ ਗਿਆ ਹੈ। ਫਤਿਹ ਸ਼ਾਹ ਸ੍ਰੀ ਨਗਰ ਤੇ ਲਿਖ ਤਵੇ ਪਠਾਇਓ। ਫਤਿਹ ਸ਼ਾਹ ਨਾਮ ਦਾ ਰਾਜਾ, ਸ਼੍ਰੀਨਗਰ ਨਾਮ ਦਾ ਇੱਕ ਸ਼ਹਿਰ ਹੈ। ਜਦੋਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ ਆ ਰਸਤੇ ਵਿੱਚ ਇੱਕ ਸ਼ਹਿਰ ਆਉਂਦਾ ਸ਼੍ਰੀਨਗਰ, ਇੱਥੋਂ ਦਾ ਰਾਜਾ ਫਤਿਹ ਚੰਦ ਹੈ। ਇਹ ਫਤਿਹ ਚੰਦ ਰਾਜੇ ਦੀ ਲੜਕੀ ਹੈ ਤੇ ਭੀਮ ਚੰਦ ਰਾਜੇ ਦਾ ਲੜਕਾ, ਜਿਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਹੋਣਾ। ਇਹਨੇ ਚਿਰ ਨੂੰ ਕਹਿਣ ਲੱਗੇ ਫਤਿਹ ਚੰਦ ਰਾਜੇ ਨੇ ਸਾਇਆ ਸਧਵਾ ਕੇ ਤਰੀਕ ਵਾਰ ਪੱਕਾ ਕਰਕੇ ਤੇ ਉਸ ਵੇਲੇ ਸੁਨੇਹਾ ਭੇਜਿਆ ਵੀ ਇਸ ਦਿਨ ਨੂੰ ਤੁਸੀਂ ਬਰਾਤ ਲੈ ਕੇ ਆਓ ਤੇ ਮੇਰੀ ਲੜਕੀ ਦਾ ਡੋਲਾ ਲੈ ਜਾਓ। ਕਹਿਣ ਲੱਗੇ ਵੀ ਉਧਰੋਂ ਲਾਗੀ ਜਿਹੜੇ ਨੇ ਉਹ ਸਾਰਾ ਸੁਨੇਹਾ ਲੈ ਕੇ ਆਏ ਹਨ। ਕਿਤਕ ਸਮੇਂ ਮੈਂ ਵਿਆਹ ਹੈ ਕਰ ਲੀਜ ਤਿਆਰੀ। ਸੁਨੇਹਾ ਆ ਗਿਆ ਵੀ ਭਾਈ ਥੋੜੇ ਦਿਨ ਵਿਆਹ ਵਿੱਚ ਰਹਿ ਗਏ ਨੇ, ਛੇਤੀ ਨਾਲ ਤਿਆਰੀ ਕਰ ਲਓ ਜਿਹੜੀ ਕਰਨੀ ਹੈ। ਵਸਤ ਅਜਾਇਬ ਆਨੀ ਹੈ ਬੜ ਜੰਜ ਮਜਾਰੀ। ਰਾਜੇ ਨੇ ਲਿਖ ਕੇ ਭੇਜਿਆ ਵੀ ਮੇਰੀ ਧੀ ਦਾ ਜਿਹੜਾ ਵਿਆਹ ਹੋਣਾ, ਜਿਹੜੀ ਬਰਾਤ ਆਉਣੀ ਹੈ ਨਾ, ਤੇ ਬੜੀਆਂ ਅਜਾਇਬ ਸੋਹਣੀਆਂ ਵਸਤੂਆਂ ਲੈ ਕੇ ਆਇਓ ਤਾਂ ਕਿ ਮੇਰਾ ਵੀ ਮਾਣ ਸਨਮਾਨ ਇਲਾਕੇ ਵਿੱਚ ਵਧੇ। ਵੀ ਜਿਸ ਘਰ ਦੇ ਵਿੱਚ ਮੇਰੀ ਧੀ ਨੇ ਜਾਣਾ ਉੱਥੋਂ ਦੇ ਲੋਕਾਂ ਨੇ ਜਾਂ ਉਸ ਘਰ ਨੇ ਬੜੀਆਂ ਮਹਿੰਗੀਆਂ ਤੇ ਬਹੁਮੁੱਲੀਆਂ ਚੀਜ਼ਾਂ ਲਿਆਂਦੀਆਂ, ਮੇਰਾ ਵੀ ਮਾਣ ਵਧੇ। ਇਸ ਤਰ੍ਹਾਂ ਸੋਹਣੀਆਂ ਚੀਜ਼ਾਂ ਬਰਾਤ ਵਿੱਚ ਲੈ ਕੇ ਆਉਣਾ ਕਰੋ। ਜਿਸਕੇ ਦੇਖ ਤੋ ਸੁਨੈ ਨਰ ਮਤ ਤੇ ਵਿਸਮਾ। ਇਹੋ ਜਿਹੀਆਂ ਵਸਤੂਆਂ ਹੋਣ ਜਿਨ੍ਹਾਂ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਜਾਵੇ ਵੀ ਬਰਾਤੀ ਕਿੰਨੇ ਸੋਹਣੇ ਤੇ ਕਿੰਨੀਆਂ ਸੋਹਣੀਆਂ ਵਸਤੂਆਂ ਲੈ ਕੇ ਆਏ ਹਨ। ਉਸ ਸਮੇਂ ਬਹੁ ਮੇਲ ਹਮ ਜਿਤ ਕਿਤ ਤੇ ਇਸ ਆਵੇ। ਵਿਆਹ ਦੇ ਵਿੱਚ ਬੜਾ ਵੱਡਾ ਮੇਲਾ ਹੋਣਾ, ਬੇਅੰਤ ਲੋਕਾਂ ਨੇ ਇਕੱਠੇ ਹੋ ਕੇ ਆਉਣਾ ਹੈ। ਮੇਲੇ ਦੇ ਵਾਂਗ ਇਹ ਸਾਰਾ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਹੈ। ਕਰੋ ਸੁਜਸ ਦੀਰਘ ਹਾਂ ਜਿਵੇਂ ਤੁੰਬੜਿਆਈ। ਇੱਥੇ ਆ ਕੇ ਵੱਡਾ ਜਸ ਆਪਣਾ ਵੀ ਕਰਾਓ, ਮੇਰਾ ਜਸ ਵੀ ਕਰੋ। ਮੇਰਾ ਜਸ ਵੀ ਹੋਵੇਗਾ, ਵਡਿਆਈ ਮੇਰੀ ਵੀ ਹੋਵੇਗੀ। ਜਦੋਂ ਚੰਗੇ ਬਰਾਤੀ ਆਉਣਗੇ, ਚੰਗਾ ਸਾਜੋ ਸਮਾਨ ਲੈ ਕੇ ਆਉਣਗੇ ਤੇ ਤੁਹਾਡੀ ਵੀ ਇੱਜ਼ਤ ਵਧੇਗੀ, ਮੇਰੀ ਵੀ ਵਧੇਗੀ। ਇਸ ਤਰ੍ਹਾਂ ਕਹਿਣ ਲੱਗੇ ਫਤਿਹ ਚੰਦ ਰਾਜੇ ਨੇ ਚਿੱਠੀ ਵਿੱਚ ਲਿਖਿਆ ਹੈ। ਇਤ ਬਹੁ ਬਿਦਨ ਸਮਾਜ ਹਵੈ ਜਿਮ ਹਮ ਅਧਿਕਾਈ। ਸਾਡੇ ਕੋਲ ਵੀ ਬੜਾ ਸਾਜੋ ਸਮਾਨ ਹੈ, ਅਸੀਂ ਵੀ ਚੰਗੀ ਤਕੜੀ ਅੱਗੋਂ ਤਕੜਾਈ ਕਰਕੇ ਤੁਹਾਨੂੰ ਜੀ ਆਇਆਂ ਕਹਿਣ ਵਾਸਤੇ, ਬਰਾਤ ਨੂੰ ਜੀ ਆਇਆਂ ਕਹਿਣ ਵਾਸਤੇ ਅਸੀਂ ਵੀ ਬੜੀ ਤਕੜਾਈ ਕਰਾਂਗੇ, ਪ੍ਰਬੰਧ ਕਰਾਂਗੇ। ਸੇਵਾ ਦੀ ਅਸੀਂ ਵੀ ਕੋਈ ਕਸਰ ਨਹੀਂ ਛੱਡਾਂਗੇ, ਪਰ ਤੁਸੀਂ ਵੀ ਚੰਗੀ ਤਰ੍ਹਾਂ ਕਹਿਣ ਲੱਗੇ ਵੀ ਸੋਹਣੀ ਬਰਾਤ ਲੈ ਕੇ ਆਉਣੀ ਹੈ। ਦੂਰ ਦੂਰ ਕੇ ਬ੍ਰਿੰਦ ਨਰ ਆਵੈ ਉਮੜੈ। ਰਾਜੇ ਨੇ ਲਿਖਿਆ ਵੀ ਦੂਰੋਂ ਲੋਕਾਂ ਨੇ ਆਉਣਾ ਮੇਰੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ। ਉਹ ਲੋਕ ਸਾਰੇ ਬਰਾਤ ਤੇ ਵਿਆਹ ਵੇਖ ਕੇ ਹੈਰਾਨ ਹੋ ਜਾਣ, ਐਸੀ ਆਪ ਦੀ ਤਿਆਰੀ ਕਰਕੇ ਆਉਣਾ ਕਰੋ। ਆਟ ਆਦ ਜਾਚਕ ਬੜੇ ਧਾਵੇਂ ਸੁਣ ਕਹਿ ਕੇ। ਇੱਥੇ ਵਿਆਹ ਦੇ ਵਿੱਚ ਬੜੇ ਭੱਟ ਆਉਣਗੇ, ਮੰਗਤੇ ਆਉਣਗੇ ਤੇ ਬੜਿਆਂ ਨੇ ਇੱਥੇ ਆ ਕੇ ਵਧਾਈਆਂ ਦੇਣੀਆਂ। ਇਸ ਕਰਕੇ ਸੋਹਣੀਆਂ ਵਸਤੂਆਂ ਹੋਣੀਆਂ ਚਾਹੀਦੀਆਂ ਹਨ। ਉਂਝ ਦਰਬ ਕੋ ਆਨੀ ਹੈ ਲਖ ਨਾਮ ਵਡੇਰਾ। ਮੇਰਾ ਨਾਮ ਬੜਾ ਵੱਡਾ ਹੈ ਇਲਾਕੇ ਦੇ ਵਿੱਚ। ਫਤਿਹ ਚੰਦ ਰਾਜਾ ਲਿਖਦਾ ਪਿਆ, ਲੜਕੀ ਦਾ ਬਾਪ ਲਿਖਦਾ ਪਿਆ ਵੀ ਮੇਰਾ ਨਾਮ ਬੜਾ ਵੱਡਾ ਇਲਾਕੇ ਵਿੱਚ।
ਤੁਸੀਂ ਬਰਾਤ ਦੇ ਨਾਲ ਬਹੁਤਾ ਧਨ ਲੈ ਕੇ ਆਉਣਾ। ਜਦੋਂ ਕੋਈ ਮੰਗਤਾ ਮੰਗੇਗਾ ਤੇ ਖੁੱਲੀ ਮਾਇਆ ਤੁਸੀਂ ਵੰਡਣੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜਿਸ ਘਰ ਦੇ ਵਿੱਚ ਮੇਰੀ ਲੜਕੀ ਦਾ ਰਿਸ਼ਤਾ ਹੋਇਆ ਉਹ ਲੋਕ ਬੜੇ ਅਮੀਰ ਤੇ ਬੜੇ ਵੱਡੇ ਦਾਨੀ ਨੇ। ਇਸ ਕਰਕੇ ਮਾਇਆ ਥੋੜ੍ਹੀ ਨਾ ਨਾਲ ਲੈ ਕੇ ਆਇਓ, ਬਹੁਤੀ ਮਾਇਆ ਲੈ ਕੇ ਆਇਓ ਅਤੇ ਗਰੀਬਾਂ ਗੁਰਬਿਆਂ ਨੂੰ ਇੱਥੇ ਆ ਕੇ ਬਹੁਤੀ ਮਾਇਆ ਵੰਡਣਾ ਕਰੋ। ਸਭ ਧਾਰਨ ਕੇ ਗਿਰਪਤੀ ਇਕੱਠੇ ਤਿਸ ਬੇਰਾ। ਕਿਉਂਕਿ ਸਾਰੇ ਰਾਜਿਆਂ ਨੂੰ ਮੈਂ ਨਿਉਤਾ ਦਿੱਤਾ ਹੋਇਆ। 22 ਰਾਜੇ ਨੇ ਨਾ ਪਹਾੜਾਂ ਦੇ, 22 ਰਾਜੇ ਮੈਂ ਆਪਣੇ ਘਰੇ ਬੁਲਾਏ ਹੋਏ ਨੇ ਤੁਹਾਡਾ ਸਵਾਗਤ ਕਰਨ ਵਾਸਤੇ, ਤੁਹਾਡੀ ਬਰਾਤ ਨੂੰ ਜੀ ਆਇਆਂ ਕਹਿਣ ਵਾਸਤੇ। ਸਾਰੇ ਰਾਜੇ ਮੰਤਰੀਆਂ ਦੇ ਸਮੇਤ ਮੇਰੇ ਘਰ ਵਿੱਚ ਆ ਕੇ ਉਸ ਵੇਲੇ ਖੜੇ ਹੋਣਗੇ ਜਦੋਂ ਤੁਸੀਂ ਆਉਣਾ ਹੈ। ਸੰਗ ਤੁਮਾਰੇ ਆਏ ਹੈ ਹਮ ਘਰ ਬਹੁ ਆਵੇਂ। ਅਤੇ ਇਸ ਤਰ੍ਹਾਂ ਕੁਝ ਤੁਹਾਡੇ ਨਾਲ ਆਉਣਗੇ ਰਾਜੇ ਤੁਹਾਡੇ ਮਿੱਤਰ, ਕੁਝ ਸਾਡੇ ਕੋਲ, ਕਿਉਂਕਿ ਰਾਜਿਆਂ ਦੇ ਮਿੱਤਰ ਰਾਜੇ ਹੀ ਹੋਇਆ ਕਰਦੇ ਨੇ। ਕੁਝ ਮਿੱਤਰ ਤੁਹਾਡੇ ਰਾਜੇ ਨਾਲ ਆਉਣਗੇ, ਕੁਝ ਮੇਰੇ ਮਿੱਤਰ ਅੱਗੋਂ ਜੀ ਆਇਆ ਕਹਿਣਗੇ। ਇੱਥੇ ਰਾਜਿਆਂ ਦਾ ਤੇ ਮੇਲਾ ਲੱਗ ਜਾਣਾ। ਇਸ ਕਰਕੇ ਬੜੀਆਂ ਬੜੀਆਂ ਕੀਮਤੀ ਵਸਤੂਆਂ ਨਾਲ ਲੈ ਕੇ ਆਇਓ, ਤਾਂ ਕਿ ਆਪਣੇ ਦੋਨਾਂ ਪਰਿਵਾਰਾਂ ਦੀ ਬੜੀ ਸ਼ੋਭਾ ਬੰਨਾ ਕਰੇ। ਸਮਾਂ ਸੁਜਸ ਕੇ ਲੈਨ ਕੋ ਪੁਨ ਕਿਉਂ ਹੋਣਾ ਪਾਵੇ। ਇਸ ਵੇਲੇ ਜਿਹੜਾ ਸਮਾਂ ਹੈ ਨਾ ਉਹ ਜਸ ਲੈਣ ਦਾ, ਵਡਿਆਈ ਲੈਣ ਦਾ, ਕਿਉਂਕਿ ਵਡਿਆਈ ਮਿਲੇਗੀ ਚੰਗੇ ਤੇ ਮਹਿੰਗੇ ਪਦਾਰਥਾਂ ਦੇ ਨਾਲ। ਜੇ ਹੁਣ ਵੀ ਆਪਾਂ ਨਾ ਮਾਇਆ ਖਰਚੀ ਜਾਂ ਬਹੁਤੀਆਂ ਮਹਿੰਗੀਆਂ ਵਸਤੂਆਂ ਹੁਣ ਵੀ ਦੁਨੀਆ ਦੇ ਸਾਹਮਣੇ ਨਾ ਵਿਖਾ ਸਕੇ, ਫਿਰ ਆਪਣੀ ਜੈ ਜੈਕਾਰ ਨਹੀਂ ਹੋਣੀ। ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਬਰਾਤ ਵਿੱਚ ਬੜੀਆਂ ਦੁਰਲੱਭ ਵਸਤੂਆਂ ਲੈ ਕੇ ਤੁਸੀਂ ਆਉਣਾ ਕਰੋ। ਇਤਿਆਦਿਕ ਚਾਹੇ ਅਧਿਕਤਾ ਭੇਜੇ ਲਿਖ ਪਾਤੀ। ਇਤਿਆਦਿਕ ਗੱਲਾਂ ਸੋਚ ਕੇ ਤੇ ਇਹ ਰਾਜੇ ਫਤਿਹ ਚੰਦ ਨੇ ਸ਼੍ਰੀਨਗਰ ਤੋਂ ਚਿੱਠੀ ਭੇਜੀ ਭੀਮ ਚੰਦ ਰਾਜੇ ਨੂੰ ਵੀ ਐਸੀ ਬਰਾਤ ਲੈ ਕੇ ਆਉਣਾ ਕਰ। ਭੀਮ ਚੰਦ ਆਨੰਦ ਮੈਂ ਪਟ ਸੀਤਲ ਭੀਮ ਛਾਤੀ। ਚੰਦ ਰਾਜੇ ਨੇ ਪੜ੍ਹੀ ਚਿੱਠੀ ਤੇ ਬੜਾ ਖੁਸ਼ ਹੋਇਆ ਵੀ ਮੇਰੇ ਪੁੱਤਰ ਦਾ ਵਿਆਹ ਨੇੜੇ ਆਇਆ ਹੈ। ਅੱਗੇ ਕੇਤਕ ਮਾਸ ਕੇ ਕਰਵੇ ਲਗ ਤਿਆਰੀ। ਸੋ ਕਹਿਣ ਲੱਗੇ ਕਈ ਮਹੀਨੇ ਵਿਆਹ ਦੀ ਤਿਆਰੀ ਭੀਮ ਚੰਦ ਰਾਜਾ ਪਹਿਲਾਂ ਹੀ ਕਰਨ ਲੱਗ ਪਿਆ। ਰਾਜੇ ਦੇ ਪੁੱਤਰ ਦਾ ਵਿਆਹ ਹੈ, ਬੜੀ ਵੱਡੇ ਪੱਧਰ ਦੇ ਉੱਪਰ ਇਹ ਵਿਆਹ ਹੋਣਾ ਹੈ ਤੇ ਕਈ ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋਈ ਹੈ। ਸਕਲ ਸਮਗਰੀ ਸੰਚ ਕਰ ਧਰ ਸਦਨ ਮਝਾਰੀ। ਸਾਰੀਆਂ ਵਸਤੂਆਂ ਜਿਹੜੀਆਂ ਵਿਆਹ ਵਿੱਚ ਚਾਹੀਦੀਆਂ ਘਰ ਵਿੱਚ ਇਕੱਠੀਆਂ ਕਰਕੇ ਰੱਖੀਆਂ ਹਨ। ਮੋਲ ਕਿਤਕ ਗਜਬਾਜ ਲੈ ਕਰਵਾਏ ਸਕੇਲੇ। ਇਸ ਨੇ ਕੁਝ ਘੋੜੇ ਮੁੱਲ ਖਰੀਦੇ ਰਾਜੇ ਨੇ। ਮੇਰੇ ਪੁੱਤਰ ਦੀ ਵਿਆਹ ਦੀ ਬਰਾਤ ਜਾਣੀ ਹੈ, ਬਰਾਤ ਜਾਣੀ ਹੈ ਤੇ ਘੋੜੇ ਚੰਗੇ ਸੋਹਣੇ ਤੰਦਰੁਸਤ ਹੋਣੇ ਚਾਹੀਦੇ। ਕੁਝ ਘੋੜੇ ਉਸ ਵੇਲੇ ਖਰੀਦੇ ਗਏ। ਇਸੇ ਤਰ੍ਹਾਂ ਕੁਝ ਬਾਜ ਤੋਂ ਭਾਵ ਘੋੜਾ ਤੇ ਗਜ ਤੋਂ ਭਾਵ ਹਾਥੀ, ਕੁਝ ਹਾਥੀ ਨਵੇਂ ਖਰੀਦੇ, ਕੁਝ ਘੋੜੇ ਨਵੇਂ ਖਰੀਦੇ ਵੀ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਨਵੇਂ ਜਿਹੜੇ ਜਾਨਵਰ ਨੇ ਇਹ ਮੈਂ ਲੈ ਕੇ ਜਾਵਾਂਗਾ ਸ਼ਿੰਗਾਰ ਕੇ ਫਬਾ ਕੇ, ਤਾਂ ਕਿ ਮੇਰੀ ਅਗਲੇ ਘਰ ਵਿੱਚ ਜਾ ਕੇ ਟੌਰ ਬਣੇ। ਇਸ ਤਰ੍ਹਾਂ ਭੀਮ ਚੰਦ ਨੇ ਤਿਆਰੀ ਕੀਤੀ ਹੈ। ਸ਼ਸਤਰ ਬਸਤਰ ਜਦ ਕਿਤਹੂ ਤੇ ਸੰਚਤ ਗਨ ਲੈ ਲੈ। ਕਹਿਣ ਲੱਗੇ ਇਸੇ ਤਰ੍ਹਾਂ ਨਵੇਂ ਸ਼ਸਤਰ ਲੈ ਗਏ, ਨਵੇਂ ਕੱਪੜੇ ਸਵਾਏ ਗਏ। ਇਸ ਤਰ੍ਹਾਂ ਦੇ ਨਵੇਂ ਕੱਪੜੇ ਬਰਾਤ ਵਾਲੇ ਬਰਾਤੀ ਪਾ ਕੇ ਜਾਣਗੇ, ਨਵੇਂ ਨਵੇਂ ਤੇ ਮਹਿੰਗੇ ਸ਼ਸਤਰ ਗਲ ਵਿੱਚ ਸਜਾ ਕੇ ਜਾਣਗੇ। ਇਹ ਸਾਰੀਆਂ ਤਿਆਰੀਆਂ ਭੀਮ ਚੰਦ ਰਾਜੇ ਨੇ ਕੀਤੀਆਂ ਹਨ। ਵਸਤ ਅਜਾਇਬ ਚਿਤਬ ਤੋਂ ਗੁਰਬਿਨ ਹੈ ਆਨ। ਹੁਣ ਅੱਜ ਭੀਮ ਚੰਦ ਰਾਜਾ ਘਰੇ ਬੈਠਾ ਹੈ, ਮਨ ਵਿੱਚ ਸੋਚਦਾ ਘੋੜੇ ਤੇ ਖਰੀਦੇ ਨੇ, ਹਾਥੀ ਵੀ ਖਰੀਦ ਲੈ, ਸ਼ਸਤਰ ਤੇ ਬਸਤਰ ਖਰੀਦੇ, ਪਰ ਜਿਹੋ ਜਿਹਾ ਹਾਥੀ ਮਹਾਰਾਜ ਦੇ ਕੋਲ ਹੈ ਨਾ, ਇਹੋ ਜਿਹਾ ਹਾਥੀ ਮੈਂ ਨਹੀਂ ਖਰੀਦ ਸਕਿਆ। ਔਰ ਇਹੋ ਜਿਹਾ ਹਾਥੀ ਤੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਵੀ ਨਹੀਂ, ਮੇਰੇ ਵਰਗੇ ਰਾਜੇ ਕੋਲ ਤੇ ਕੀ ਹੋਣਾ। ਜਿਹੜਾ ਪ੍ਰਸਾਦੀ ਹਾਥੀ ਬੜਾ ਦੁਰਲੱਭ ਹੈ, ਉਹਦੇ ਵਰਗਾ ਹਾਥੀ ਕੋਈ ਹੈ ਹੀ ਨਹੀਂ ਦੂਜਾ ਦੁਨੀਆ 'ਤੇ। ਕਿਸੇ ਹਾਥੀ ਦਾ ਚਿੱਟਾ ਮੱਥਾ ਹੋਵੇ ਤੇ ਚਿੱਟੀ ਲਕੀਰ ਉਹਦੇ ਸਰੀਰ ਦੇ ਉੱਪਰ ਹੋਵੇ, ਤੇ ਕਦੇ ਉਹ ਮਹਾਰਾਜ ਦਾ ਜੋੜਾ ਝਾੜਦਾ, ਕਦੇ ਮਹਾਰਾਜ ਦੇ ਚਰਨ ਧਵਾਉਂਦਾ, ਕਦੇ ਸੁੰਡ ਦੇ ਨਾਲ ਚੌਰ ਮਹਾਰਾਜ ਦੇ ਸੀਸ 'ਤੇ ਕਰਦਾ, ਕਦੇ ਮਹਾਰਾਜ ਦੇ ਤੀਰ ਚੁੱਕ ਚੁੱਕ ਕੇ ਲਿਆਉਂਦਾ। ਐਸਾ ਹਾਥੀ ਕਿਹਦੇ ਕੋਲ ਹੋ ਸਕਦਾ? ਭੀਮ ਚੰਦ ਸੋਚਦਾ ਵੀ ਜੇ ਉਹ ਹਾਥੀ ਮੈਨੂੰ ਮਿਲ ਜਾਵੇ ਤੇ ਮੇਰੀ ਬਰਾਤ ਵਿੱਚ ਟੌਰ ਬਣ ਜਾਏਗੀ। ਤੇ ਦੂਜੀ ਗੱਲ ਇਹ ਹੈ ਕਿ ਮਹਾਰਾਜ ਦੇ ਕੋਲ 2.5 ਲੱਖ ਦਾ ਚੰਦੋਆ ਹੈ, ਸ਼ਮਿਆਨਾ ਲਾਉਣ ਵਾਲਾ ਚਾਨਣੀ। ਜੇ ਉਹ ਵੀ ਮੈਨੂੰ ਮਿਲ ਜਾਵੇ ਤੇ ਮੇਰੀ ਹੋਰ ਟੌਰ ਬਣ ਜਾਵੇਗੀ। ਇਹ ਦੋ ਵਸਤੂਆਂ ਵੱਡੀਆਂ ਦੁਰਲੱਭ ਮਹਾਰਾਜ ਕੋਲ ਨੇ, ਕਿਵੇਂ ਨਾ ਕਿਵੇਂ ਮੈਨੂੰ ਮਹਾਰਾਜ ਦੇਣਾ ਕਰਨਾ। ਭਏ ਬਿਰਸਨੇ ਦੇ ਹੈ ਬਰਬੀਰ ਮਹਾਨ। ਸਤਿਗੁਰੂ ਇਸ ਵੇਲੇ ਮੇਰੇ ਨਾਲ ਬੇਰਸ ਹੋ ਗਏ ਨੇ, ਭਾਵ ਕੇ ਨਾਰਾਜ਼ ਹੋ ਗਏ ਨੇ, ਤੇ ਮੈਨੂੰ ਲੱਗਦਾ ਨਹੀਂ ਕਿ ਮਹਾਰਾਜ ਆਪਣਾ ਹਾਥੀ ਤੇ ਉਹ ਚੰਦੋਆ ਮੈਨੂੰ ਦੇਣਾ ਕਰਨਗੇ। ਭੇਜੋ ਨਰ ਪ੍ਰਧਾਨ ਕੋ ਸੰਬੰਧੀ ਕੋ। ਹੁਣ ਮੈਂ ਆਪਣੇ ਵਿੱਚੋਂ ਕੋਈ ਮਨੁੱਖ ਜਿਹੜਾ ਨਾ ਭੇਜਾਂਗਾ, ਪ੍ਰਧਾਨ ਭੇਜਾਂਗਾ, ਆਪਣਾ ਕੋਈ ਮੰਤਰੀ, ਸ਼੍ਰੋਮਣੀ ਮੰਤਰੀ ਜਿਹੜਾ ਹੋਵੇਗਾ ਨਾ, ਸਭ ਤੋਂ ਵੱਡਾ ਮੈਂ ਮੰਤਰੀ ਭੇਜਦਾ। ਕੁਝ ਮੈਂ ਆਪਣੇ ਰਿਸ਼ਤੇਦਾਰ ਮਹਾਰਾਜ ਕੋਲ ਭੇਜਦਾ ਵੀ ਸਤਿਗੁਰਾਂ ਨੂੰ ਜਿਵੇਂ ਕਿਵੇਂ ਮਨਾ ਕੇ ਹਾਥੀ ਤੇ ਚੰਦੋਆ ਮਹਾਰਾਜ ਕੋਲੋਂ ਮੰਗਵਾਉਣਾ ਕਰਾਂ। ਸਾਦਰ ਗੁਰ ਕੋ ਆਨੰਦ ਦੇ ਆਨੇ ਵਤ ਜੋ। ਮੈਂ ਇਹੋ ਜਿਹੇ ਬੰਦੇ ਭੇਜਾਂ ਜਿਹੜੇ ਮਹਾਰਾਜ ਨੂੰ ਸਤਿਕਾਰ ਦੇ ਨਾਲ
ਮਨਾ ਕੇ ਤੇ ਇਹ ਹਾਥੀ ਤੇ ਮਹਾਰਾਜ ਦਾ ਚੰਦੂਆ ਲਿਆਉਣਾ ਕਰਨਾ। ਇਮ ਵਿਚਾਰ ਕਰ ਸਭਾ ਮੈਂ ਬੈਠਿਓ ਇਹ ਨਿਰਪਰਾਈ। ਸਾਰੀਆਂ ਗੱਲਾਂ ਸੋਚ ਕੇ ਭੀਮ ਚੰਦ ਰਾਜਾ ਕਚਹਿਰੀ ਲੱਗੀ ਹੋਈ, ਮੰਤਰੀ ਆ ਕੇ ਬੈਠੇ ਤੇ ਉਸ ਕਚਹਿਰੀ ਵਿੱਚ ਆ ਕੇ ਬੈਠਾ ਹੈ। ਬੂਝੇ ਆਦ ਵਜ਼ੀਰ ਜੇ ਅਦ ਪੁੱਤ ਵਥ ਕਾਈ। ਸਾਰੇ ਵਜ਼ੀਰਾਂ ਨੂੰ ਪੁੱਛਿਆ, ਕਹਿਣ ਲੱਗਾ ਵੀ ਤੁਸੀਂ ਕਿਹੜੀਆਂ ਕਿਹੜੀਆਂ ਦੁਰਲੱਭ ਵਸਤੂਆਂ ਜਿਹੜੀਆਂ ਹਨ ਲੈ ਕੇ ਆਏ ਹੋ। ਕਹਾ ਹੋ ਕਹਾਂ ਤੇ ਆਨੀਐ ਕਹਿ ਕੁੜਮ ਪਠਾਵਾ। ਮੇਰੇ ਕੁੜਮ ਨੇ ਫਤਿਹ ਚੰਦ ਰਾਜੇ ਨੇ ਚਿੱਠੀ ਵਿੱਚ ਲਿਖਿਆ ਵੀ ਦੁਰਲੱਭ ਵਸਤੂਆਂ ਜਿਹੜੀਆਂ ਕਿਤੇ ਉਹ ਨਾ ਮਿਲਣ, ਐਸੀਆਂ ਸੋਹਣੀਆਂ ਵਸਤੂਆਂ ਬਰਾਤ ਵਿੱਚ ਲੈ ਕੇ ਆਓ। ਐ ਮੇਰੇ ਮੰਤਰੀਓ, ਮੈਨੂੰ ਸਲਾਹ ਦਿਓ ਵੀ ਇਹੋ ਜਿਹੀਆਂ ਚੀਜ਼ਾਂ ਮੈਂ ਕਿੱਥੋਂ ਲੈ ਕੇ ਆਵਾਂ। ਜਿਹੜੀਆਂ ਆਮ ਚੀਜ਼ਾਂ ਕਿਤੇ ਬਾਜ਼ਾਰ ਵਿੱਚੋਂ ਮਿਲਣਗੀਆਂ, ਦੇਸ਼ ਵਿੱਚੋਂ ਮਿਲਣਗੀਆਂ, ਉਹ ਤੇ ਖਰੀਦ ਲੈਂਦਾ, ਪਰ ਜਿਹੜੀਆਂ ਚੀਜ਼ਾਂ ਕਿਤੋਂ ਮਿਲਦੀਆਂ ਨਹੀਂ, ਉਹ ਦੁਰਲੱਭ ਵਸਤੂਆਂ ਮੈਂ ਕਿੱਥੋਂ ਲਿਆਵਾਂ। ਮੈਨੂੰ ਸਲਾਹ ਦਿਓ, ਇਹੋ ਜਿਹੀਆਂ ਵਸਤੂਆਂ ਕਿੱਥੋਂ ਮਿਲ ਸਕਦੀਆਂ ਹਨ। ਖੋਜੇ ਹਿਰਦੈ ਵਿਚਾਰ ਮੈਂ ਭੇਵ ਨਾ ਕਿਤ ਮੈਂ ਪਾਵਾਂ। ਬੜੀਆਂ ਖੋਜੀਆਂ ਵਿਚਾਰੀਆਂ, ਪਰ ਕਿਤੇੋਂ ਵੀ ਮੈਨੂੰ ਉਹਨਾਂ ਵਸਤੂਆਂ ਦਾ ਭੇਦ ਨਹੀਂ ਮਿਲਿਆ ਹੈ। ਵਸਤੂ ਤੀਨ ਕੇ ਚਾਰ ਹੈ ਗੁਰ ਘਰ ਮੈਂ ਪਰ ਜਾਣੀ। ਮਹਾਰਾਜ ਦੇ ਕੋਲ 3-4 ਵਸਤੂਆਂ ਨੇ ਜਿਹੜੀਆਂ ਕਿਸੇ ਕੋਲ ਨਹੀਂ। ਹਾਲੇ ਤੇ ਪਹਿਲਾਂ ਕੱਲਾ ਪ੍ਰਸਾਦੀ ਹਾਥੀ ਤੇ ਖਲੋਤਾ ਸੀ ਵੀ ਕੱਲਾ ਹਾਥੀ ਚਾਹੀਦਾ, ਪਰ ਬੰਦੇ ਦੀ ਲਾਲਸਾ ਵੱਧਦੀ ਹੈ ਨਾ, ਲੋਭ ਲਾਲਚ ਵੱਧ ਜਾਂਦਾ। ਅੱਜ 4 ਚੀਜ਼ਾਂ ਤੇ ਆ ਗਿਆ। ਜਿਵੇਂ ਭਾਈ ਨੰਦ ਚੰਦ ਨੇ ਆਖਿਆ ਸੀ ਨਾ, ਜਦੋਂ ਮਾਤਾ ਗੁਜਰੀ ਜੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਾੜੀ ਰਾਜੇ ਜੇ ਹਾਥੀ ਮੰਗਦੇ ਤੇ ਦੇ ਦਿਓ, ਪਰ ਜੰਗ ਨਾ ਕਰੋ। ਜਦੋਂ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਸ ਵੇਲੇ ਨੰਦ ਚੰਦ ਨੇ ਆਖਿਆ ਸੀ, ਗੁਰੂ ਕੇ ਸਿੱਖ ਨੇ, ਕਹਿਣ ਲੱਗਾ ਮਾਤਾ ਜੀ ਕੱਲੀ ਗੱਲ ਹਾਥੀ ਦੀ ਨਹੀਂ ਹੈ। ਅੱਜ ਹਾਥੀ ਮੰਗਣਗੇ ਦੇਵਾਂਗੇ, ਕੱਲ੍ਹ ਨੂੰ ਕੁਝ ਹੋਰ ਮੰਗਣਗੇ ਉਹ ਵੀ ਦੇਣਾ ਪੈਣਾ। ਇਹਨਾਂ ਨੇ ਰੋਜ਼ ਮੰਗਣਾ ਤੇ ਰੋਜ਼ ਕੀ ਕੀ ਦਿਓਗੇ। ਅੱਜ ਨਹੀਂ ਤੇ ਕੱਲ੍ਹ ਇਹਨਾਂ ਨਾਲ ਵਿਗਾੜ ਪੈਣਾ ਹੀ ਹੈ। ਜਿਹੜਾ ਕੱਲ੍ਹ ਨੂੰ ਵਿਗਾੜ ਪੈਣਾ ਅੱਜ ਹੀ ਪਾ ਲਈਏ। ਪਰ ਉਹ ਸਿੱਖ ਦੀ ਕਹੀ ਹੋਈ ਗੱਲ ਜਿਹੜੀ ਹੈ ਇੱਥੇ ਪੂਰੀ ਹੋ ਰਹੀ ਹੈ। ਅੱਜ ਭੀਮ ਚੰਦ 4 ਵਸਤੂਆਂ ਤੇ ਆ ਗਿਆ, ਕਹਿਣ ਲੱਗਾ ਮਹਾਰਾਜ ਦੇ ਕੋਲ ਦੁਰਲੱਭ 4 ਵਸਤੂਆਂ ਨੇ, ਉਹ ਮੇਰੀ ਬਰਾਤ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸ਼ਸਤਰ ਪੰਚ ਕਲ ਦੁਰਦ ਸ਼ੁਭ ਚੌਂਕੀ ਕਿਨ ਆਨੀ। ਮਹਾਰਾਜ ਜੀਆਂ ਦੇ ਕੋਲ ਇੱਕ 5 ਕਲਾ ਸ਼ਸਤਰ ਹੈ। ਆਪਾਂ ਪਿੱਛੇ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤਾ ਸੀ। ਰਾਜੇ ਨੇ ਇੱਕ ਇਹੋ ਜਿਹਾ ਸ਼ਸਤਰ ਮਹਾਰਾਜ ਨੂੰ ਭੇਟ ਕੀਤਾ ਵੀ ਉਹਦਾ ਇੱਕ ਬਟਨ ਦੱਬ ਦਈਏ ਤੇ ਉਹ ਕਟਾਰ ਬਣ ਜਾਂਦਾ ਹੈ, ਦੂਜਾ ਬਟਨ ਦੱਬ ਦਈਏ ਤਲਵਾਰ ਬਣ ਜਾਂਦਾ, ਤੀਜਾ ਬਟਨ ਦੱਬ ਦਈਏ ਤੇ ਪਿਸਤੌਲ ਬਣ ਜਾਂਦਾ ਹੈ। ਉਸ ਇੱਕ ਸ਼ਸਤਰ ਦੇ ਕਈ ਰੂਪ ਨੇ। ਕਹਿਣ ਲੱਗਾ ਵੀ ਇਹੋ ਜਿਹਾ ਸ਼ਸਤਰ ਕਿਸੇ ਕੋਲ ਨਹੀਂ ਹੈ, ਇਹ ਸ਼ਸਤਰ ਮੇਰੇ ਕੋਲ ਹੋਣਾ ਚਾਹੀਦਾ। ਉਹ 5 ਕਲਾ ਸ਼ਸਤਰ ਮੇਰੇ ਕੋਲ ਜਿਵੇਂ ਕਿਵੇਂ ਹੋਣਾ ਚਾਹੀਦਾ। ਦੂਜੀ ਗੱਲ ਇਹ ਆ ਵੀ ਮਹਾਰਾਜ ਜੀਆਂ ਦੇ ਕੋਲ ਇੱਕ ਬੜਾ ਸੋਹਣਾ ਹਾਥੀ ਹੈ, ਨਾਮ ਰੱਖਿਆ ਪ੍ਰਸਾਦੀ ਹਾਥੀ, ਉਹ ਵੀ ਮੇਰੀ ਬਰਾਤ ਵਿੱਚ ਸ਼ਾਮਲ ਹੋਣਾ ਚਾਹੀਦਾ, ਉਹ ਵੀ ਲੈ ਕੇ ਆਓ। ਤੇ ਤੀਜੀ ਗੱਲ ਇਹ ਆ ਵੀ ਮਹਾਰਾਜ ਜੀਆਂ ਦੇ ਕੋਲ ਇੱਕ ਚੌਂਕੀ ਹੈ ਚੌਪੜ ਖੇਲਣ ਵਾਲੀ, ਉਹਦੇ ਵਰਗੀ ਚੌਂਕੀ ਵੀ ਕਿਸੇ ਦੇ ਕੋਲ ਨਹੀਂ, ਉਹ ਵੀ ਲੈ ਕੇ ਆਓ। ਮੈਂ ਇਹ ਸਾਰਾ ਕੁਝ ਨਾਲ ਲੈ ਕੇ ਬਰਾਤ ਵਿੱਚ ਜਾਵਾਂਗਾ, ਦੂਜੇ ਰਾਜਿਆਂ ਨੂੰ ਵਿਖਾਵਾਂਗਾ ਵੀ ਆਹ ਵੇਖੋ ਮੇਰੇ ਕੋਲ ਐਸੀਆਂ ਦੁਰਲੱਭ ਵਸਤੂਆਂ, ਫਿਰ ਮੇਰਾ ਮਾਣ ਵਧੇਗਾ, ਮੇਰੀ ਟੌਰ ਬਣ ਜਾਏਗੀ। ਇਸ ਤਰ੍ਹਾਂ ਮੰਤਰੀਆਂ ਨਾਲ ਸਲਾਹ ਕਰਦਾ ਹੈ। ਇੱਕ ਡੇਰਾ ਅਦਭੁਤ ਮਾਚਾਰੋ ਲਿਓ ਜਾਚੇ। ਤੇ ਇੱਕ ਸਤਿਗੁਰਾਂ ਦੇ ਕੋਲ ਸੁੰਦਰ ਸੋਹਣਾ ਚੰਦੂਆ ਹੈ, 2.5 ਲੱਖ ਰੁਪਏ ਦਾ ਭਾਈ ਨੰਦ ਚੰਦ ਨੇ ਕਾਬਲ ਤੋਂ ਬਣਾਇਆ ਮਹਾਰਾਜ ਜੀਆਂ ਵਾਸਤੇ। ਬੜੀ ਸੋਹਣੀ ਚਾਂਦਨੀ ਹੈ ਬੈਠਣ ਵਾਲੀ, ਬੜਾ ਸੋਹਣਾ ਚੰਦੂਆ। ਕਹਿਣ ਲੱਗਾ ਵੀ ਇਹ 4 ਵਸਤੂਆਂ ਮਹਾਰਾਜ ਕੋਲੋਂ ਲਿਆਉਣੀਆਂ ਨੇ। ਪਹਿਲਾਂ ਤੇ ਇਕੱਲਾ ਹਾਥੀ ਤੇ ਖਲੋਤਾ ਸੀ ਨਾ ਵੀ ਮਹਾਰਾਜ ਕੋਲੋਂ ਪ੍ਰਸਾਦੀ ਹਾਥੀ ਲਈਏ, ਅੱਜ ਹਾਥੀ ਤੋਂ ਅੱਗੇ ਵਧਿਆ, ਕਹਿਣ ਲੱਗਾ 5 ਕਲਾ ਸ਼ਸਤਰ ਵੀ ਚਾਹੀਦਾ ਨਾਲ। ਕਹਿਣ ਲੱਗਾ ਵੀ ਇਸੇ ਤਰ੍ਹਾਂ ਚੰਦੂਆ ਵੀ ਚਾਹੀਦਾ ਤੇ ਉਹ ਚੌਪੜ ਖੇਲਣ ਵਾਲਾ ਜਿਹੜੀ ਹੈ ਉਹ ਵੀ ਵਸਤੂ ਚਾਹੀਦੀ। 4 ਵਸਤੂਆਂ ਮਹਾਰਾਜ ਦੇ ਕੋਲੋਂ ਮੰਗ ਕੇ ਲਿਆਉਣਾ ਕਰੋ। ਨੌਰੰਗ ਕੇ ਭੀ ਨਿਕਟ ਨਹਿ ਕਿਰਸਮ ਸਰਤਾਚੇ। ਹੁਣ ਗੱਲ ਇਹ ਹੈ ਵੀ ਇਹ ਵਸਤੂਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੇ, ਇਹ ਵਸਤੂਆਂ ਇਸ ਵੇਲੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਵੀ ਨਹੀਂ। ਤੇ ਸਭ ਤੋਂ ਵੱਡਾ ਬਾਦਸ਼ਾਹ ਔਰੰਗਜ਼ੇਬ ਹੈ ਜਿਹਦੇ ਕੋਲ ਹਿੰਦੁਸਤਾਨ ਦਾ ਰਾਜ ਹੈ। ਇੰਨੇ ਵੱਡੇ ਬਾਦਸ਼ਾਹ ਕੋਲ ਵੀ ਇਹ ਚੀਜ਼ਾਂ ਨਹੀਂ ਜਿਹੜੀਆਂ ਵਸਤੂਆਂ ਇਸ ਵੇਲੇ ਗੁਰੂ ਗੋਬਿੰਦ ਸਿੰਘ ਕੋਲ ਹਨ। ਜਸ ਵਿਸਾਲ ਹੋਏ ਵਿਆਹ ਮੈਂ ਇਹ ਸੰਗ ਲੈ ਚਾਲੇ। ਜੇ ਇਹ ਸਾਰੀਆਂ ਵਸਤੂਆਂ ਕਿਤੇ ਮੈਨੂੰ ਮਿਲ ਜਾਣ ਨਾ, 4 ਦੀਆਂ 4, ਤੇ ਮੇਰਾ ਵਿਆਹ ਦੇ ਵਿੱਚ ਬੜਾ ਜਸ ਹੋਵੇਗਾ, ਬੜਾ ਮਾਣ, ਬੜਾ ਸਤਿਕਾਰ ਮੈਨੂੰ ਮਿਲਣਾ ਹੈ। ਪਿੱਖਾਂ ਹੈ ਹਜ਼ਾਰੋਂ ਨਰਤਹਾਂ ਪੁਰਗ੍ਰਾਮਨ ਜਾਲੇ। ਤੇ ਹਜ਼ਾਰਾਂ ਲੋਕ, ਕਈਆਂ ਪਿੰਡਾਂ ਦੇ, ਕਈਆਂ ਸ਼ਹਿਰਾਂ ਦੇ ਲੋਕ ਬਰਾਤ ਵਿੱਚ ਵਿਆਹ ਵਿੱਚ ਚੱਲ ਕੇ ਆਉਣਗੇ। ਜਦੋਂ ਹਜ਼ਾਰਾਂ ਲੋਕ ਇਹ ਚੀਜ਼ਾਂ ਵੇਖਣਗੇ ਤੇ ਮੇਰਾ ਮਾਣ ਬੜਾ ਬਣੇਗਾ, ਮੇਰਾ ਸਨਮਾਨ ਬੜਾ ਹੋਵੇਗਾ। ਇਸ ਤਰ੍ਹਾਂ ਭੀਮ ਚੰਦ ਦੇ ਮਨ ਵਿੱਚ ਲਾਲਸਾ ਜਾਗੀ ਹੈ। ਸੁਨ ਵਜ਼ੀਰ ਪੁਨ ਬੈਨ ਭਨ ਆਗੇ ਤੁਮ ਜਾਚਾ। ਜਿਹੜੇ ਵਜ਼ੀਰ ਬੈਠੇ ਸਨ ਨਾ ਕਚਹਿਰੀ ਵਿੱਚ, ਉਹਨਾਂ ਨੇ ਆਖਿਆ ਰਾਜਨ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਮਹਾਰਾਜ ਕੋਲ ਬੜੀਆਂ ਦੁਰਲੱਭ ਵਸਤੂਆਂ ਨੇ,
ਪਰ ਆਪਾਂ ਉਹ ਵਸਤੂਆਂ ਮਹਾਰਾਜ ਤੋਂ ਮੰਗ ਚੁੱਕੇ ਹਾਂ ਪਹਿਲਾਂ, ਤੇ ਮਹਾਰਾਜ ਨੇ ਆਪਾਂ ਨੂੰ ਕਰ ਦਿੱਤੀ ਹੈ ਨਾ। ਜਦੋਂ ਪਹਿਲਾਂ ਨਾ ਕੀਤੀ, ਹੁਣ ਦੁਬਾਰਾ ਹਾਂ ਥੋੜ੍ਹੀ ਉਹ ਕਰਨਗੇ। ਫਿਰ ਜਿਹੜੀ ਗੱਲ ਮਿਲਣੀ ਨਹੀਂ ਹੈ, ਵਾਰ-ਵਾਰ ਉਹਦੇ ਬਾਰੇ ਪੁੱਛਣਾ ਹੀ ਕਿਉਂ ਹੈ? ਪਹਿਲਾਂ ਆਪਾਂ ਮਹਾਰਾਜ ਤੋਂ ਪੁੱਛ ਚੁੱਕੇ ਹਾਂ, ਪਰ ਮਹਾਰਾਜ ਨੇ ਆਪਾਂ ਨੂੰ ਨਾ ਕੀਤੀ ਹੈ। ਹਾਥੀ ਲੈਵੋ ਕਿਤਰੇ ਹੋ ਰਸ ਬੇਰਸ ਰਾਚਾ। ਸਤਿਗੁਰਾਂ ਦੇ ਕੋਲੋਂ ਹਾਥੀ ਲੈਣਾ ਤੇ ਦੂਰ ਦੀ ਗੱਲ ਹੈ, ਸਾਡੇ ਨਾਲ ਤੇ ਮਹਾਰਾਜ ਨਾਰਾਜ਼ ਹੋ ਗਏ ਨੇ। ਉਹ ਤੇ ਇਸ ਵੇਲੇ ਜੰਗ ਯੁੱਧ ਦੀਆਂ ਗੱਲਾਂ ਕਰਦੇ, ਤੁਸੀਂ ਹਾਥੀ ਮੰਗਣ ਦੀ ਗੱਲ ਕਰਦੇ ਹੋ। ਹਾਥੀ ਮਿਲਣਾ ਤੇ ਦੂਰ ਦੀ ਬਾਤ ਹੈ, ਇਸ ਵੇਲੇ ਆਪਣੀ ਮਹਾਰਾਜ ਨਾਲ ਵਿਗੜੀ ਹੋਈ ਹੈ। ਰਾਖੋ ਰਸ ਅਰ ਵਸਤ ਲਿਹੋ ਐਸੇ ਗਤਨੀ ਕੀ। ਇਸ ਕਰਕੇ ਸਤਿਗੁਰਾਂ ਦੇ ਨਾਲ ਰਸ ਰੱਖਣਾ ਔਰ ਐਸੀਆਂ ਵਸਤੂਆਂ ਰੱਖਣੀਆਂ। ਜੇ ਵਸਤੂਆਂ ਲੈਣਾ ਚਾਹੁੰਦਾ ਹੈ ਤੇ ਗੁਰੂ ਨਾਲ ਪ੍ਰੇਮ ਕਰਨਾ ਪਵੇਗਾ, ਭਾਵੇਂ ਉੱਪਰੋਂ ਉੱਪਰੋਂ ਕਰ, ਪਰ ਗੁਰੂ ਨੂੰ ਪ੍ਰੇਮ ਕਰਕੇ ਵਿਖਾਉਣਾ ਪਵੇਗਾ, ਤਾਂ ਇਹ ਵਸਤੂਆਂ ਮਿਲ ਸਕਦੀਆਂ ਹਨ। ਸਾਦਰ ਗੁਰ ਕੋ ਕਾਮਨਾ ਪੁਰਬੋ ਨਿਜ ਜੀ ਤੇ ਕੀ। ਗੁਰੂ ਦਾ ਸਤਿਕਾਰ ਕਰ ਮਨ ਦੇ ਵਿੱਚ, ਅੰਦਰੋਂ ਭਾਵਨਾ ਨਾਲ ਜੇ ਸਤਿਕਾਰ ਕਰੇਗਾ ਤੇ ਤੇਰੀ ਮਹਾਰਾਜ ਲਾਲਸਾ ਪੂਰੀ ਕਰ ਦੇਣਗੇ। ਗੁਰੂ ਘਰ ਨੂੰ ਹਾਥੀ ਘੋੜਿਆਂ ਦੀ ਕਮੀ ਕੋਈ ਨਹੀਂ ਹੈ, ਪਰ ਮਿਲਣੀਆਂ ਤਾਂ ਨੇ ਜੇ ਤੂੰ ਕਪਟ ਤੋਂ ਬਾਹਰੀ ਹੋਵੇਂ, ਕਪਟ ਛੱਡੇ, ਛਲ ਛੱਡੇ, ਫਿਰ ਤੇ ਮਿਲ ਜਾਣਗੀਆਂ। ਪਰ ਤੇਰੇ ਮਨ ਵਿੱਚ ਕਪਟ ਪਹਿਲਾਂ, ਇਸ ਕਰਕੇ ਵਸਤੂਆਂ ਮਿਲਦੀਆਂ ਨਹੀਂ ਪਈਆਂ ਹਨ। ਭੀਮ ਚੰਦ ਬੋਲਿਓ ਤਵੈ ਜਿਮ ਤੋਹੇ ਬਤਾਈ। ਭੀਮ ਚੰਦ ਨੇ ਸੁਣੇ ਨਾ ਬਚਨ ਆਪਣੇ ਮੰਤਰੀਆਂ ਦੇ, ਵਜ਼ੀਰਾਂ ਦੇ, ਸੁਣ ਕੇ ਕਹਿਣ ਲੱਗਾ ਜਿਵੇਂ ਤੁਸੀਂ ਮੈਨੂੰ ਆਖਦੇ ਹੋ। ਇਹ ਆਛੀ ਜਾਨੀ ਅਵੈ ਸਭ ਕੇ ਮਨ ਭਾਈ। ਇਹ ਗੱਲ ਬੜੀ ਚੰਗੀ ਹੈ, ਮੈਂ ਮਹਾਰਾਜ ਜੀਆਂ ਦੇ ਨਾਲ ਹੁਣ ਪ੍ਰੇਮ ਪਾਵਾਂਗਾ, ਪ੍ਰੇਮ ਦੀਆਂ ਬਾਤਾਂ ਕਰਾਂਗਾ। ਪ੍ਰੇਮ ਕੀ ਪਾਉਣਾ? ਮਹਾਰਾਜ ਨੂੰ ਕਹਾਂਗਾ ਵੀ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਆ ਕੇ ਮਹਾਰਾਜ ਹਾਜ਼ਰੀ ਭਰੋ, ਇਹ ਪ੍ਰੇਮ ਪਾਉਣਾ। ਜਦੋਂ ਮਹਾਰਾਜ ਮੰਨ ਜਾਣਗੇ ਫਿਰ ਕਹਾਂਗਾ ਪਾਤਸ਼ਾਹ ਆਪਣਾ ਹਾਥੀ ਦੇ ਦਿਓ, ਮਹਾਰਾਜ ਨਾ ਥੋੜ੍ਹੀ ਕਰਨਗੇ। ਸੋਹਣੀ ਤੇ ਦੁਰਲੱਭ ਵਸਤੂ ਜਿਹੜੀ ਆ ਮੈਨੂੰ ਮਿਲ ਜਾਵੇਗੀ, ਸੋਹਣੀ ਵਸਤੂ ਦੇ ਉੱਪਰ ਮੇਰਾ ਮਨ ਆ ਗਿਆ, ਜਿਹੜਾ ਮਨ ਆ ਗਿਆ ਉਹ ਮੈਨੂੰ ਚਾਹੀਦੀ ਹੈ। ਇਹ ਰਾਜਾ ਕਹਿਣ ਲੱਗਾ ਵੀ ਮਹਾਰਾਜ ਦੇ ਨਾਲ ਪ੍ਰੇਮ ਪਾਵਾਂ ਤੇ ਪ੍ਰੇਮ ਦੇ ਨਾਲ ਆਪਣਾ ਮਸਲਾ ਹੱਲ ਕਰਨਾ ਕਰਾਂ। ਇੱਕ ਪ੍ਰੋਹਤ ਭੇਜੋ ਤਾਂ ਨੀਕੋ ਮਤਵਨ। ਮੈਂ ਇੱਕ ਹੁਣ ਪ੍ਰੋਹਤ ਭੇਜਾਂਗਾ, ਇੱਕ ਬੰਦਾ ਭੇਜਾਂਗਾ ਮਹਾਰਾਜ ਨੂੰ ਸੱਦਾ ਦੇਣ ਵਾਸਤੇ। ਵਿਆਹ ਦਾ ਪਹਿਲਾਂ ਸੱਦਾ ਮੈਂ ਭੇਜਦਾ ਹਾਂ। ਸਵਾ ਚਾਤੁਰੀ ਮਹਿ ਨਿਪੁੰਨ ਗੁਣ ਗਿਆਨ ਪਰ ਸੁਜਾਨ। ਬੰਦਾ ਵੀ ਇਹੋ ਜਿਹਾ ਭੇਜਾਂਗਾ ਜਿਹੜਾ ਬੜਾ ਚਾਤਰ ਹੋਵੇ, ਬੜਾ ਚਲਾਕ ਹੋਵੇ, ਚਲਾਕੀ ਦੀਆਂ, ਚਤੁਰਾਈ ਦੀਆਂ ਗੱਲਾਂ ਕਰੇ, ਮੋਹ ਤੇ ਪਿਆਰ ਦੀਆਂ ਗੱਲਾਂ ਕਰੇ, ਬੜਾ ਸਨੇਹ ਜਨਾਵੇ ਮਹਾਰਾਜ ਦੇ ਨਾਲ, ਤੇ ਵਿਆਹ ਦਾ ਸੱਦਾ ਦੇ ਕੇ ਆਵੇ। ਇਹੋ ਜਿਹਾ ਇੱਕ ਵਿਅਕਤੀ ਮੈਂ ਮਹਾਰਾਜ ਕੋਲ ਭੇਜਣਾ ਹੈ। ਦੁਤੀਆ ਕੇਸਰੀ ਚੰਦ ਜੋ ਮੇਰੋ ਲਗ ਸਾਰਾ। ਇਸੇ ਤਰ੍ਹਾਂ ਦੂਸਰਾ ਮੈਂ ਭੇਜਾਂਗਾ ਕੇਸਰੀ ਚੰਦ ਨਾਮ ਦਾ ਰਾਜਾ, ਜਿਹੜਾ ਰਿਸ਼ਤੇ ਵਿੱਚ ਮੇਰਾ ਸਾਲਾ ਲੱਗਦਾ। ਭੀਮ ਚੰਦ ਰਾਜੇ ਦਾ ਸਾਲਾ ਲੱਗਦਾ ਕੇਸਰੀ ਚੰਦ। ਗੁਰਮੁਖੋ ਇਹ ਕੇਸਰੀ ਚੰਦ ਰਾਜਾ ਉਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ ਇੱਕ ਹਾਥੀ ਲੈ ਕੇ ਆਇਆ ਸੀ ਸ਼ਰਾਬ ਪਿਲਾ ਕੇ। ਤੋ ਉਸ ਹਾਥੀ ਦੀ ਸੁੰਡ ਦੇ ਨਾਲ ਤਲਵਾਰ ਬੱਧੀ ਤੇ ਸ਼ਰਾਬ ਦੇ ਨਾਲ ਹਾਥੀ ਨੂੰ ਰਜਾਇਆ ਗਿਆ, ਇਹ ਕਿਲੇ ਨੂੰ ਤੋੜੇਗਾ ਤੇ ਅਸੀਂ ਕਿਲੇ ਨੂੰ ਫਤਿਹ ਕਰ ਲਵਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਆਖਿਆ ਨਾਗਣੀ ਉਹਦੇ ਸਿਰ ਵਿੱਚ ਮਾਰ ਕੇ ਹਾਥੀ ਨੂੰ ਮਾਰਨਾ ਹੈ। ਭਾਈ ਉਦੈ ਸਿੰਘ ਨੂੰ ਥਾਪੜਾ ਦੇ ਕੇ ਮਹਾਰਾਜ ਨੇ ਆਖਿਆ ਜਿਹੜਾ ਕੇਸਰੀ ਚੰਦ ਰਾਜਾ ਹਾਥੀ ਲੈ ਕੇ ਆਇਆ ਇਹਦਾ ਸਿਰ ਵੱਢ ਕੇ ਲੈ ਕੇ ਆਉਣਾ ਇਹਦੀ ਫੌਜ ਦੇ ਵਿੱਚੋਂ। ਤੇ ਮਹਾਰਾਜ ਨੇ ਥਾਪੜਾ ਦੇ ਕੇ 2 ਸਿੱਖ ਤੋਰੇ। ਭਾਈ ਬਚਿੱਤਰ ਸਿੰਘ ਨੇ ਨਾਗਣੀ ਹਾਥੀ ਦੇ ਸਿਰ ਵਿੱਚ ਮਾਰ ਕੇ ਹਾਥੀ ਮਾਰਿਆ, ਤੇ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਤੇ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਸਤਿ ਸ਼੍ਰੀ ਅਕਾਲ। ਸੋ ਇਹ ਉਹ ਰਾਜਾ ਹੈ ਜਿਹਦਾ ਆਪਾਂ ਇਤਿਹਾਸ ਇਹ ਬਚਨ ਸਰਵਣ ਕਰ ਰਹੇ ਹਾਂ। ਭੀਮ ਚੰਦ ਇਹ ਗੱਲ ਕਹਿ ਰਿਹਾ, ਕਹਿਣ ਲੱਗਾ ਮੇਰਾ ਜਿਹੜਾ ਸਾਲਾ ਲੱਗਦਾ ਨਾ ਕੇਸਰੀ ਚੰਦ ਰਾਜਾ, ਮੈਂ ਉਹਨੂੰ ਭੇਜਾਂਗਾ ਮਹਾਰਾਜ ਦੇ ਕੋਲ, ਉਹ ਮਿੱਠੀਆਂ ਗੱਲਾਂ ਕਰਕੇ ਮਹਾਰਾਜ ਦੇ ਕੋਲੋਂ ਹਾਥੀ ਲਿਆਉਣਾ ਕਰੇ। ਬਾਕ ਬੋਲਵੇ ਮੈਂ ਚਤੁਰ ਭੇਦ ਸੋ ਲਖ ਸਾਰਾ। ਕਿਉਂਕਿ ਉਹ ਗੱਲਾਂ ਕਰਨ ਦੇ ਵਿੱਚ ਬੜਾ ਚਾਤਰ ਹੈ, ਬੜਾ ਚਲਾਕ ਹੈ, ਗੱਲ ਗੱਲ ਦਾ ਬੜਾ ਫਰਕ ਹੈ। ਕੁਝ ਲੋਕ ਉਹ ਨੇ ਜਿਹੜੇ ਗੱਲਾਂ ਦੇ ਨਾਲ ਬੜਾ ਕੁਝ ਕਰ ਲੈਂਦੇ, ਕੁਝ ਉਹ ਨੇ ਜਿਹੜੇ ਗੱਲ ਕਰਕੇ ਬਣਦਾ ਕੰਮ ਵਿਗਾੜ ਲੈਂਦੇ। ਮੈਂ ਇਹੋ ਜਿਹਾ ਚਤਰ ਇੱਕ ਵਿਅਕਤੀ ਭੇਜਾਂਗਾ ਜਿਹੜਾ ਮਹਾਰਾਜ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਕੇ ਸਤਿਗੁਰਾਂ ਕੋਲੋਂ ਹਾਥੀ ਲੈ ਕੇ ਆਉਣਾ ਕਰੇ। ਭੇਜੋ ਬੜੇ ਸਮਾਜ ਸੋ ਆਨੇ ਵਤਚਾਰੇ। ਤੇ ਮੈਂ ਇਸੇ ਤਰ੍ਹਾਂ ਭੇਜਾਂਗਾ ਇਹ ਸਾਰੀਆਂ ਵਸਤੂਆਂ ਜਿਹੜੀਆਂ ਮਹਾਰਾਜ ਕੋਲੋਂ ਕਿਵੇਂ ਨਾ ਕਿਵੇਂ ਮੰਗਾ ਕੇ ਲਿਆਉਣੀਆਂ ਹਨ। ਅਸ ਮਸਲਤ ਸਭ ਕਰ ਉਠੇ ਚਲ ਜਾਹੇ ਸਕਾਰੇ। ਕਹਿਣ ਲੱਗੇ ਵੀ ਇਹ ਸਲਾਹ ਕਰ ਲਈ ਵੀ ਕੱਲ੍ਹ ਨੂੰ ਸਵੇਰੇ ਮਹਾਰਾਜ ਦੇ ਕੋਲ ਚੱਲਾਂਗੇ। ਅੱਜ ਤੇ ਹੁਣ ਸ਼ਾਮ ਪੈ ਗਈ ਹੈ ਨਾ, ਸਮਾਂ ਹੋ ਗਿਆ, ਇਸ ਕਰਕੇ ਅੱਜ ਨਹੀਂ ਪਰ ਕੱਲ੍ਹ ਨੂੰ ਜਾਵਾਂਗੇ ਮਹਾਰਾਜ ਦੇ ਕੋਲ। ਮਿੱਠੀਆਂ ਪੋਪਲੀਆਂ ਗੱਲਾਂ ਕਰਕੇ ਮਹਾਰਾਜ ਨੂੰ ਵਲਛਲ ਦੇ ਨਾਲ ਆਪਣੇ ਵੱਲ ਕਰਾਂਗੇ ਔਰ ਪਾਤਸ਼ਾਹ ਕੋਲੋਂ ਮਤਲਬ ਕੱਢਾਂਗੇ।
ਇਹ ਸਾਰੀ ਇਹਨਾਂ ਨੇ ਸਲਾਹ ਕੀਤੀ ਹੈ। ਸੋਰਠਾ ਨਿਜ ਨਿਜ ਸਦਨ ਸਿਧਾਏ ਵਸੇ ਬਿਤਾਈ ਜਾਮਨੀ। ਇਸੇ ਤਰ੍ਹਾਂ ਆਪੋ ਆਪਣੇ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਰਾਤ ਬਤੀਤ ਕੀਤੀ ਤੇ ਰਾਤ ਉਸ ਵੇਲੇ ਬਤੀਤ ਹੋ ਗਈ ਹੈ। ਉਦਿਓ ਦਿਵਸ ਕੋ ਰਾਏ ਸੌਚ ਇਸ਼ਨਾਨੇ ਮਿਲੇ ਸਭ। ਕਹਿਣ ਲੱਗੇ ਅਗਲਾ ਦਿਨ ਚੜ੍ਹਿਆ ਹੈ, ਰਾਜਿਆਂ ਨੇ ਉਸ ਵੇਲੇ ਇਸ਼ਨਾਨ ਪਾਣ ਕੀਤਾ, ਸਵੇਰੇ ਉੱਠ ਕੇ ਤੇ ਤਿਆਰ ਹੋਏ। ਜਿਹੜੀ ਕੱਲ ਸਲਾਹ ਕੀਤੀ ਸੀ ਨਾ ਉਹ ਅੱਜ ਪੂਰੀ ਕਰਨੀ ਹੈ ਵੀ ਮਹਾਰਾਜ ਦੇ ਕੋਲ ਕੋਈ ਵਿਅਕਤੀ ਭੇਜੀਏ ਔਰ ਹਾਥੀ ਮੰਗਾਈਏ ਪਾਤਸ਼ਾਹ ਜੀਆਂ ਦੇ ਕੋਲੋਂ। ਇਹ ਸਲਾਹ ਕਰਕੇ ਅਗਲੇ ਦਿਨ ਦੀ ਇਹਨਾਂ ਨੇ ਤਿਆਰੀ ਕੀਤੀ ਹੈ। ਦੋਹਰਾ ਭੀਮ ਚੰਦ ਵਿੱਚ ਸਭਾ ਕੇ ਦੋਨੋਂ ਪਠੇ ਬੁਲਾਏ। ਉਸ ਵੇਲੇ ਭੀਮ ਚੰਦ ਰਾਜੇ ਨੇ ਦੋ ਵਿਅਕਤੀ ਜਿਹੜੇ ਨੇ ਆਪਣੀ ਸਭਾ ਵਿੱਚ ਬੁਲਾਏ ਹਨ। ਏਕ ਕੇਸਰੀ ਚੰਦ ਕੋ ਪੰਮਾ ਪ੍ਰੋਹਤ ਆਏ। ਇੱਕ ਤੇ ਆਪਣਾ ਸਾਲਾ ਬੁਲਾਇਆ ਨਾਮ ਕੇਸਰੀ ਚੰਦ, ਦੂਜਾ ਪੰਮਾ। ਇਹ ਕਹਿਣ ਲੱਗੇ ਪੰਮਾ ਜਿਹੜਾ ਹੈ ਨਾ ਜਿਹਦਾ ਬਚਨ ਇੱਥੇ ਇਤਿਹਾਸ ਵਿੱਚ ਨਾਂ ਆਇਆ, ਇਹ ਬਹੁਤ ਜ਼ਿਆਦਾ ਮੋਟੀ ਫੀਮ ਖਾਂਦਾ। ਪੰਮਾ ਮਾਚੜ ਇਸ ਨੂੰ ਕਹਿੰਦੇ, ਫੀਮ ਖਾਣ ਵਾਲਾ। ਤੇ ਜਿਹੜਾ ਬੰਦਾ ਫੀਮ ਦਾ ਨਸ਼ਾ ਜਾਂ ਹੋਰ ਨਸ਼ਾ ਖਾਂਦਾ, ਗੱਲਾਂ ਤਾਂ ਉਹਦੇ ਕੋਲ ਵੈਸੇ ਨਹੀਂ ਟੁੱਟਦੀਆਂ, ਬੋਲੀ ਜਾਂਦਾ ਨਸ਼ੇ ਦੇ ਲੋਰ ਵਿੱਚ। ਦੂਜੇ ਦਾ ਭਾਵੇਂ ਸਿਰ ਦੁਖਣ ਲੱਗ ਜਾਵੇ ਪਰ ਖਾਣ ਪੀਣ ਵਾਲੇ ਨੂੰ ਬੰਦੇ ਨੂੰ ਫਰਕ ਨਹੀਂ ਪੈਂਦਾ ਗੱਲਾਂ ਦੇ ਵਿੱਚ। ਇਹਨੇ ਇਹ ਪੰਮੇ ਨੂੰ ਬੁਲਾਇਆ, ਕਹਿਣ ਲੱਗਾ ਵੀ ਇਹ ਗੱਲ ਕਰਨੀ ਬੜੀ ਜਾਣਦਾ ਹੈ, ਸਤਿਗੁਰਾਂ ਦੇ ਨਾਲ ਇਹ ਗੱਲਾਂ ਕਰੇਗਾ, ਮੇਲ ਦੀਆਂ, ਮਿਲਾਪ ਦੀਆਂ, ਪਿਆਰ ਦੀਆਂ, ਅਤੇ ਮਹਾਰਾਜ ਨੂੰ ਆਪਣੇ ਵੱਸ ਕਰੇਗਾ। ਪੰਮਾ ਮਾਚੜ ਮੋਟੀ ਫੀਮ ਖਾਣ ਵਾਲਾ ਅਮਲੀ ਹੈ, ਗੱਲਾਂ ਕਰਨ ਵਿੱਚ ਬੜਾ ਸਿਆਣਾ। ਇਹਨੂੰ ਬੁਲਾਇਆ ਗਿਆ। ਨਾਲ ਇੱਕ ਆਪਣਾ ਸਾਲਾ ਬੁਲਾ ਲਿਆ, ਨਾਮ ਹੈ ਕੇਸਰੀ ਚੰਦ, ਇਹ ਰਾਜਾ। ਦੋ ਬੰਦਿਆਂ ਦੀ ਡਿਊਟੀ ਲਾਈ ਹੈ ਵੀ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਐਸੀਆਂ ਮੋਹ ਦੀਆਂ, ਪਿਆਰ ਦੀਆਂ ਗੱਲਾਂ ਕਰੋ, ਵੀ ਮਤਲਬ ਕੱਢ ਕੇ ਹੀ ਵਾਪਸ ਮੁੜਨਾ ਹੈ। ਇਸ ਤਰ੍ਹਾਂ ਤਿਆਰੀ ਕੀਤੀ ਹੈ। ਸਵਈਆ ਛੰਦ ਦੋਨੋਂ ਕਹਿ ਬਿਠਾਏ ਸਮਝਾਇਓ, ਨੀਤ ਰੀਤ ਨੀਕੇ ਤੁਮ ਚੀਨ। ਇਹਨਾਂ ਦੋਵਾਂ ਵਿਅਕਤੀਆਂ ਨੂੰ ਕੋਲ ਬਿਠਾ ਕੇ ਤੇ ਸਮਝਾਇਆ ਚੰਗੀ ਤਰ੍ਹਾਂ ਵੀ ਗੱਲ ਕਿਵੇਂ ਕਰਨੀ ਹੈ। ਵੈਸੇ ਤੇ ਤੁਸੀਂ ਬੜੇ ਚਾਤਰ ਤੇ ਚਲਾਕ ਹੋ, ਪਰ ਫਿਰ ਵੀ ਮੈਂ ਤੁਹਾਨੂੰ ਕੁਝ ਗੱਲਾਂ ਸਮਝਾ ਦਿੰਦਾ ਜਿਹੜੀਆਂ ਮਹਾਰਾਜ ਦੇ ਕੋਲ ਜਾ ਕੇ ਕਹਿਣੀਆਂ ਹਨ। ਪਹੁੰਚੋ ਸਤਿਗੁਰ ਕੇ ਸਮੀਪ, ਚਲ ਨਮੋ ਕਰੋ ਕਰ ਜੋਰ ਸਤਿਗੁਰਾਂ ਦੇ ਕੋਲ ਜਾਓ। ਤੁਸੀਂ ਜਾ ਕੇ ਪਹਿਲਾਂ ਬੜੀ ਨਿਮਰਤਾ ਦੇ ਨਾਲ ਮੱਥਾ ਟੇਕਣਾ ਮਹਾਰਾਜ ਨੂੰ ਨਿਉ ਕੇ। ਇਸ ਤਰ੍ਹਾਂ ਲੱਗੇ ਮਹਾਰਾਜ ਨੂੰ ਵੀ ਜਿਵੇਂ ਤੁਸੀਂ ਮਹਾਰਾਜ ਦੇ ਬੜੇ ਵੱਡੇ ਸ਼ਰਧਾਲੂ ਹੋ। ਬਾਹਰੀ ਪਖੰਡ ਜਿੰਨੇ ਮਰਜ਼ੀ ਕਰ ਲੈ, ਪਰ ਉਹ ਗੁਰੂ ਤੇ ਅੰਦਰ ਦੀ ਗੱਲ ਜਾਣਦਾ। ਅੰਦਰ ਤੇਰੇ ਕੀ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ। ਇਹ ਵਿਅਕਤੀ ਬਾਹਰਲਾ ਦਿਖਾਵਾ ਕਰਨਾ ਚਾਹੁੰਦੇ ਮਹਾਰਾਜ ਦੇ ਕੋਲ ਜਾ ਕੇ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਸਤਿਗੁਰਾਂ ਨੂੰ ਨਿਉ ਕੇ ਮੱਥਾ ਟੇਕਿਓ, ਵਾਰ-ਵਾਰ ਮੱਥਾ ਟੇਕਿਓ। ਇਸ ਤਰ੍ਹਾਂ ਤੁਸੀਂ ਨਮਸਕਾਰ ਕਰਨੀ ਹੈ। ਫਿਰ ਮਹਾਰਾਜ ਦੇ ਕੋਲ ਹੱਥ ਜੋੜ ਕੇ ਬੈਠਣਾ। ਜਦੋਂ ਬੈਠਣਾ ਨਾ ਗੁਰੂ ਜੀ ਦੇ ਕੋਲ, ਆਕੜ ਕੇ ਨਹੀਂ ਬਹਿਣਾ, ਹੱਥ ਜੋੜ ਕੇ ਨੀਵੀਂ ਪਾ ਕੇ ਬਹੁਤਾ ਪ੍ਰੇਮ ਵਿਖਾਉਣਾ ਵੀ ਮਹਾਰਾਜ ਅਸੀਂ ਤੁਹਾਡੇ ਨਾਲ ਬੜਾ ਪ੍ਰੇਮ ਤੇ ਤੁਹਾਡਾ ਬਹੁਤਾ ਸਤਿਕਾਰ ਕਰਦੇ ਹਾਂ। ਮਮ ਦਿਸ਼ ਤੇ ਧਰ ਚਰਨਨ ਪਰ ਕਰ ਬਿਨਤੀ ਭਲੇ ਸੁਨਾਏ। ਇੱਕ ਤੇ ਆਪਣੇ ਵੱਲੋਂ ਮੱਥਾ ਟੇਕਣਾ ਤੁਸੀਂ, ਫਿਰ ਤੁਸੀਂ ਮੇਰੇ ਵੱਲੋਂ ਮੱਥਾ ਟੇਕਣਾ। ਆਪਣੇ ਵੱਲੋਂ ਮੱਥਾ ਟੇਕ ਕੇ ਫਿਰ ਦੂਜੀ ਵਾਰੀ ਆਖਿਓ ਵੀ ਮਹਾਰਾਜ ਆ ਭੀਮ ਚੰਦ ਦੇ ਵੱਲੋਂ ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ। ਦੋ ਵਾਰੀ ਨਮਸਕਾਰ ਕਰਨੀ ਹੈ, ਇੱਕ ਵਾਰੀ ਆਪਣੇ ਵੱਲੋਂ, ਇੱਕ ਵਾਰੀ ਮੇਰੇ ਵੱਲੋਂ। ਪਰ ਗੁਰੂ ਚਰਨਾਂ ਵਿੱਚ ਨਮਸਕਾਰ ਤੇ ਪ੍ਰਵਾਨ ਹੁੰਦੀ ਹੈ ਨਾ, ਜਿੰਨੇ ਵਾਰੀ ਮਰਜ਼ੀ ਕਰੀਏ ਔਰ ਜਿਹਦੇ ਵੱਲੋਂ ਮਰਜ਼ੀ ਕਰੀਏ, ਕਿਸੇ ਵੱਲੋਂ ਵੀ ਕਰ ਦਈਏ ਉਹ ਵੀ ਪ੍ਰਵਾਨ ਹੋ ਜਾਂਦੀ ਹੈ। ਕਹਿਣ ਲੱਗਾ ਵੀ ਦੋ ਵਾਰੀ ਨਮਸਕਾਰ ਕਰਨੀ, ਇੱਕ ਵਾਰੀ ਮੇਰੇ ਵੱਲੋਂ, ਇੱਕ ਵਾਰੀ ਆਪਦੇ ਵੱਲੋਂ। ਇਸ ਤਰ੍ਹਾਂ ਮਹਾਰਾਜ ਨੂੰ ਮੱਥਾ ਟੇਕਣਾ ਕਰੋ। ਮਨੋ ਪ੍ਰਸ਼ੰਸਾ ਪਰਮ ਪ੍ਰਸੰਨ ਕਰ, ਜਾਚੋ ਵਸਤ ਅਜਬ ਇੱਕ ਤੀਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਬੜੀ ਪਹਿਲਾਂ ਪ੍ਰਸ਼ੰਸਾ ਕਰਨੀ ਹੈ। ਮਹਾਰਾਜ ਤੁਹਾਡੀ ਪੱਗ ਬੜੀ ਸੋਹਣੀ ਹੈ, ਮਹਾਰਾਜ ਕਲਗੀ ਬੜੀ ਸੋਹਣੀ ਹੈ, ਪਾਤਸ਼ਾਹ ਤੁਸੀਂ ਕੱਪੜੇ ਬਸਤਰ ਬੜੇ ਸੋਹਣੇ ਪਾਏ ਨੇ, ਤੁਹਾਡਾ ਰਾਜ ਭਾਗ ਬੜਾ ਚੰਗਾ ਹੈ, ਆਨੰਦਪੁਰ ਸਾਹਿਬ ਬੜਾ ਸੋਹਣਾ ਹੈ, ਤੁਹਾਡਾ ਖਾਲਸਾ ਪੰਥ ਬੜਾ ਸੋਹਣਾ। ਪਹਿਲਾਂ ਮਹਾਰਾਜ ਜੀਆਂ ਦੀ ਬੜੀ ਭਾਰੀ ਵਡਿਆਈ ਕਰਨੀ ਹੈ। ਜਦੋਂ ਮਹਾਰਾਜ ਖੁਸ਼ ਹੋ ਜਾਣ ਫਿਰ ਮਹਾਰਾਜ ਦੇ ਨਾਲ ਅਗਲੇ ਬੰਨੇ ਰੱਖ ਦੇਣਾ ਵੀ ਮਹਾਰਾਜ ਅਸੀਂ ਆਹ ਵਸਤੂਆਂ ਲੈਣ ਆਏ। ਹੁਣ ਖੁਸ਼ ਹੋਏ ਮਹਾਰਾਜ ਨਾ ਨਹੀਂ ਕਰਨਗੇ। ਪਰ ਇਹ ਜਿਹੜੇ ਫਾਰਮੂਲੇ ਨੇ ਨਾ ਦੁਨੀਆ ਵਾਸਤੇ ਅਪਣਾਏ ਜਾਂਦੇ। ਦੁਨੀਆ ਨੂੰ ਤੇ ਇਹਨਾਂ ਫਾਰਮੂਲਿਆਂ ਨਾਲ ਠੱਗਿਆ ਜਾ ਸਕਦਾ, ਪਰ ਗੁਰੂ ਨੂੰ ਨਹੀਂ ਠੱਗਿਆ ਜਾ ਸਕਦਾ। ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰ ਲੈਣ, ਜਿੰਨੀ ਮਰਜ਼ੀ ਭਾਵਨਾ ਤੇ ਪ੍ਰੇਮ ਵਿਖਾ ਲੈਣ, ਪਰ ਗੁਰੂ ਅੱਗੇ ਬਚਨ ਚੱਲਣਗੇ ਨਹੀਂ। ਪਰ ਫਿਰ ਵੀ ਭੀਮ ਚੰਦ ਰਾਜਾ
ਆਪਣੇ ਬੰਦਿਆਂ ਨੂੰ ਸਿਖਾ ਕੇ ਸਮਝਾ ਕੇ ਭੇਜਦਾ ਪਿਆ ਹੈ। ਐਸਾ ਪ੍ਰੇਮ ਜਾ ਕੇ ਮਹਾਰਾਜ ਨੂੰ ਵਿਖਾਉਣਾ ਕਰੋ। ਸੁਮਤ ਸਹਿਤ ਚਾਤੁਰਤਾ ਰਚ ਬਹੁ, ਜਿਉ ਕਿਉ ਲੀਜੈ ਕੀਜੈ ਕਾਜ। ਸਤਿਗੁਰੂ ਪਾਤਸ਼ਾਹ ਦੇ ਅੱਗੇ ਸ੍ਰੇਸ਼ਟ ਮਤ ਦੇ ਨਾਲ ਚਾਤਰਤਾ ਹੀ ਕਰਨੀ ਹੈ। ਚਾਤਰਤਾਈ ਵੀ ਇਹੋ ਜਿਹੀ ਹੋਵੇ ਵੀ ਪਤਾ ਨਾ ਲੱਗੇ। ਉਹ ਚਲਾਕੀ ਕੀ ਹੋਈ ਜੇ ਪਤਾ ਹੀ ਲੱਗ ਗਿਆ। ਮਹਾਰਾਜ ਨੂੰ ਪਤਾ ਨਾ ਲੱਗੇ ਵੀ ਤੁਸੀਂ ਚਾਤਰਤਾਈ ਕਰਦੇ ਪਏ ਹੋ। ਭੋਲੇ ਵੀ ਬਣ ਕੇ ਰਹਿਣਾ, ਸ਼ਰੀਫ ਵੀ ਬਣ ਕੇ ਰਹਿਣਾ, ਔਰ ਕੰਮ ਵੀ ਕਰਨਾ ਹੈ ਬੜੇ ਚੰਗੇ ਤਰੀਕੇ ਦੀ ਚਾਤੁਰਤਾਈ ਦੇ ਨਾਲ। ਇਹ ਲਾਭ ਲੈਣਾ ਤੇ ਕੰਮ ਕਰਕੇ ਹੀ ਵਾਪਸ ਮੁੜਨਾ ਹੈ। ਇਸ ਤਰ੍ਹਾਂ ਆਪਣੇ ਬੰਦਿਆਂ ਨੂੰ ਇਸਨੇ ਸਮਝਾਇਆ ਹੈ। ਪੁੱਤਰ ਹਮਾਰੋ ਆਪਣੋ ਸਮਝੋ, ਹਾਨ ਲਾਭ ਕੀ ਸੰਸਰ ਲਾਜ। ਕੀ ਕਹਿਣਾ ਮਹਾਰਾਜ, ਭੀਮ ਚੰਦ ਰਾਜੇ ਦੇ ਪੁੱਤਰ ਨੂੰ ਤੁਸੀਂ ਆਪਣਾ ਪੁੱਤਰ ਹੀ ਜਾਣੋ। ਤੇ ਜੇ ਤੁਹਾਡਾ ਪੁੱਤਰ ਬਣ ਗਿਆ ਭੀਮ ਚੰਦ ਰਾਜੇ ਦਾ ਪੁੱਤਰ, ਤੇ ਫਿਰ ਮਹਾਰਾਜ ਜੇ ਸਾਡੀ ਉੱਥੇ ਇੱਜ਼ਤ ਬਣੇਗੀ ਤੇ ਤੁਹਾਡੀ ਬਣੇਗੀ, ਜੇ ਸਾਡੀ ਉੱਥੇ ਇੱਜ਼ਤ ਘਟੇਗੀ ਤੇ ਮਹਾਰਾਜ ਤੁਹਾਡੀ ਘਟੇਗੀ। ਭੀਮ ਚੰਦ ਰਾਜਾ ਆਪਣਾ ਭਰਾ ਤੁਸੀਂ ਸਮਝ ਲਵੋ, ਤੇ ਭੀਮ ਚੰਦ ਰਾਜੇ ਦੇ ਪੁੱਤਰ ਨੂੰ ਆਪਣਾ ਪੁੱਤਰ ਸਮਝ ਲਵੋ। ਤੇ ਮਹਾਰਾਜ ਕੀ ਗੱਲ ਤੁਸੀਂ ਆਪਣੇ ਪੁੱਤਰ ਦੇ ਵਿਆਹ ਵਿੱਚ ਹਾਥੀ ਨਹੀਂ ਲੈ ਕੇ ਜਾਓਗੇ? ਮਹਾਰਾਜ ਨੇ ਕਹਿਣਾ ਵੀ ਜ਼ਰੂਰ ਲੈ ਕੇ ਜਾਵਾਂਗੇ। ਤੇ ਫਿਰ ਉਸ ਵੇਲੇ ਆਖੋ ਵੀ ਮਹਾਰਾਜ ਭੀਮ ਚੰਦ ਦਾ ਪੁੱਤਰ ਵੀ ਤੇ ਤੁਹਾਡਾ ਹੀ ਹੈ ਨਾ। ਚਲਾਕੀਆਂ ਤੇ ਬੜੀਆਂ ਕਰਨੀਆਂ ਮਹਾਰਾਜ ਦੇ ਅੱਗੇ ਪਰ ਚੱਲਦੀਆਂ ਨੇ। ਜਿਵੇਂ ਇੱਕ ਬੜੇ ਸਿਆਣੇ ਪੰਡਤ ਨੇ ਮਹਾਰਾਜ ਜੀ ਨੂੰ ਆਖਿਆ, ਕਹਿਣ ਲੱਗਾ ਮਹਾਰਾਜ ਮੈਂ ਸ਼ਕਤੀ ਤੇ ਪ੍ਰਗਟ ਕਰਦਿਆਂ ਪਹਿਲਾਂ ਮਹਾਰਾਜ ਕੋਲੋਂ ਬੜੀਆਂ ਸਮੱਗਰੀਆਂ ਮੰਗਾ ਲਈਆਂ। ਮਹਾਰਾਜ ਇੰਨਾ ਘਿਓ ਚਾਹੀਦਾ, ਇੰਨੇ ਬਦਾਮ ਚਾਹੀਦੇ, ਇੰਨੇ ਫੁੱਲ ਚਾਹੀਦੇ, ਇੰਨੇ ਕੱਪੜੇ ਬਸਤਰ ਚਾਹੀਦੇ, ਇੰਨੀ ਮਾਇਆ ਚਾਹੀਦੀ ਹੈ। ਮੈਂ ਜੱਗ ਕਰਾਂਗਾ, ਸ਼ਕਤੀ ਪ੍ਰਗਟ ਹੋਵੇਗੀ, ਜੋ ਤੁਸੀਂ ਕਹੋਗੇ ਮੈਂ ਉਹ ਕਰਵਾ ਦਿਆਂਗਾ। ਹੁਣ ਮਹਾਰਾਜ ਜਾਣਦੇ ਸਾਰਾ ਕੁਝ ਵੀ ਸ਼ਕਤੀ ਇਹਦੇ ਕੋਲ ਪ੍ਰਗਟ ਹੋਣ ਵਾਲੀ ਹੁੰਦੀ ਤੇ ਆਪ ਨਾ ਕਰ ਲੈਂਦਾ ਕੁਝ। ਪਰ ਮਹਾਰਾਜ ਸਿੱਖਾਂ ਨੂੰ ਵਿਖਾਉਣਾ ਚਾਹੁੰਦੇ, ਜਿਹੜੀਆਂ ਜਿਹੜੀਆਂ ਵਸਤੂਆਂ ਮੰਗੀਆਂ ਮਹਾਰਾਜ ਨੇ ਸਾਰੀਆਂ ਹੀ ਦਿੱਤੀਆਂ। ਕਹਿਣ ਲੱਗੇ ਲੈ ਜੋ ਤੂੰ ਮੰਗਿਆ ਕਰ ਤੇ ਪ੍ਰਗਟ ਕਰ ਸ਼ਕਤੀ ਕਿਹੜੀ ਕਰਦਾ। ਲੱਗ ਪਿਆ ਜੱਗ ਕਰਨ ਮੰਤਰ ਪੜ੍ਹਨ, ਪਰ ਕਿੱਥੋਂ ਮੰਤਰ ਕੋਈ ਚੱਲੇ। ਕੁਝ ਮਹੀਨੇ ਲੱਗ ਗਿਆ ਮੰਤਰ ਪੜ੍ਹਦਿਆਂ। ਇੱਕ ਦਿਨ ਮਹਾਰਾਜ ਨੇ ਪੁੱਛ ਹੀ ਲਿਆ, ਕਹਿਣ ਲੱਗੇ ਵੀ ਹਾਲੇ ਤੱਕ ਮੰਤਰ ਫੁਰਿਆ ਨਹੀਂ, ਸ਼ਕਤੀ ਪ੍ਰਗਟ ਕਿਉਂ ਨਹੀਂ ਹੋਈ। ਹੁਣ ਪੰਡਤ ਬੜਾ ਸਿਆਣਾ ਕਹਿਣ ਲੱਗਾ ਮਹਾਰਾਜ ਸ਼ਕਤੀ ਪ੍ਰਗਟ ਹੋਣ ਵਾਸਤੇ ਸ਼ਕਤੀ ਨੇ ਮੈਨੂੰ ਸੁਪਨੇ ਵਿੱਚ ਇਹ ਗੱਲ ਆ ਕੇ ਆਖੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਇੱਕ ਬੜੀ ਪਿਆਰੀ ਵਸਤੂ ਦੀ ਬਲੀ ਦੇਣੀ ਪਵੇਗੀ। ਜਿਹਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਨਾ ਉਹਦਾ ਇੱਥੇ ਬਲੀਦਾਨ ਦੇਣਾ ਪਵੇਗਾ, ਉਹਦੀ ਕੁਰਬਾਨੀ ਦੇਣੀ ਪਵੇਗੀ। ਹੁਣ ਪੰਡਤ ਦਾ ਵਿਚਾਰ ਇਹ ਹੈ ਵੀ ਮਹਾਰਾਜ ਨਾ ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਬੜਾ ਹੀ ਪਿਆਰ ਕਰਦਾ, ਤੇ ਜਦੋਂ ਮੈਂ ਇਹ ਗੱਲ ਆਖਾਂਗਾ ਮਹਾਰਾਜ ਪੁੱਤਰ ਦੀ ਬਲੀ ਥੋੜੀ ਦੇਣਗੇ। ਮਹਾਰਾਜ ਨੇ ਆਖਣਾ ਵੀ ਨਹੀਂ ਪੁੱਤਰ ਦੀ ਬਲੀ ਨਹੀਂ ਦਿੰਦੇ, ਤੇ ਮੈਂ ਸੱਚੇ ਹੋ ਜਾਣਾ ਵੀ ਤੁਸੀਂ ਤੇ ਪੁੱਤਰ ਦੀ ਬਲੀ ਨਹੀਂ ਦਿੱਤੀ, ਮੇਰੇ ਤੇ ਮੰਤਰ ਕੰਮ ਕਰਦੇ, ਤੁਸੀਂ ਨਹੀਂ ਕਰਨ ਦਿੱਤੇ। ਪਰ ਮਹਾਰਾਜ ਨੂੰ ਛਲਿਆ ਨਹੀਂ ਨਾ ਜਾਂਦਾ। ਨਾ ਹੋਏ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਰੱਬ ਦੀ ਪ੍ਰਾਪਤੀ ਵਾਲੇ ਕਿਸੇ ਅੱਗੇ ਛਲੇ ਨਹੀਂ ਜਾਂਦੇ। ਤੇ ਮਹਾਰਾਜ ਹੱਸ ਪਏ, ਕਹਿਣ ਲੱਗੇ ਵੀ ਅਸੀਂ ਪਿਆਰੀ ਵਸਤੂ ਦੀ ਕੁਰਬਾਨੀ ਦੇਣ ਨੂੰ ਹੁਣੇ ਹੀ ਤਿਆਰ ਹਾਂ। ਪੰਡਤ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਉਹ ਕਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ, ਜਿਹਦੀ ਕੁਰਬਾਨੀ ਦੇਣ ਵਾਸਤੇ ਤਿਆਰ ਹੋ। ਮਹਾਰਾਜ ਕਹਿਣ ਲੱਗੇ ਪੰਡਤ ਜੀ ਸਭ ਤੋਂ ਵੱਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ, ਤੁਸੀਂ ਹੋ ਸਭ ਤੋਂ ਵੱਧ ਪਿਆਰੇ। ਤੇ ਆਪਣੀ ਧੌਣ ਕਰੋ ਸਿੱਧੀ, ਹੁਣੇ ਆਪਾਂ ਤਲਵਾਰ ਦੇ ਨਾਲ ਧੌਣ ਪਰੇ ਕਰ ਦਿੰਦੇ ਤੇ ਬਲੀ ਹੋ ਜਾਣੀ ਪੂਰੀ ਤੇ ਸ਼ਕਤੀ ਹੋ ਜਾਣੀ ਪ੍ਰਗਟ। ਜਦੋਂ ਇਹ ਬਚਨ ਸੁਣਿਆ ਉੱਠ ਕੇ ਭੱਜ ਪਿਆ, ਨੱਠ ਗਿਆ ਭੱਜ ਕੇ ਵੀ ਕਿਤੇ ਮਹਾਰਾਜ ਸੱਚੀ ਮੁੱਚੀ ਨਾ ਬਲੀ ਦੇ ਦੇ। ਚਲਾਕ ਤੇ ਬੜੇ ਆਉਂਦੇ ਨੇ, ਚਤੁਰ ਤੇ ਬੜੇ ਆਉਂਦੇ ਮਹਾਰਾਜ ਨੂੰ ਛਲਣ ਵਾਸਤੇ, ਠੱਗਣ ਵਾਸਤੇ, ਪਰ ਗੁਰੂ ਦੇ ਅੱਗੇ ਚਤੁਰਾਈ ਤੇ ਸਿਆਣਪ ਚੱਲਦੀ ਨਹੀਂ ਹੈ। ਪੰਡਤ ਨੂੰ ਭੱਜਣਾ ਪਿਆ ਮੈਦਾਨ ਛੱਡ ਕੇ, ਔਰ ਮੰਨਣਾ ਪਿਆ ਵੀ ਮੈਂ ਇਹ ਭਰਮ ਤੇ ਪਖੰਡ ਕਰਦਾ ਪਿਆ। ਸਤਿਗੁਰਾਂ ਨੇ ਇਹ ਸਭ ਕੁਝ ਕਰਕੇ ਵਿਖਾਇਆ, ਕਹਿਣ ਲੱਗੇ ਵੀ ਆਹ ਕੁਝ ਦੁਨੀਆ ਵਿੱਚ ਹੁੰਦਾ ਹੈ, ਇਹਨਾਂ ਭਰਮਾਂ ਤੋਂ ਬਚ ਕੇ ਰਹਿਣਾ ਹੈ। ਸਭ ਤੋਂ ਵੱਡੀ ਸ਼ਕਤੀ ਜਿਹੜੀ ਹੈ ਨਾ ਤੁਹਾਡੇ ਕੋਲ ਉਹ ਬਾਣੀ ਦੀ ਹੈ, ਸਭ ਤੋਂ ਵੱਡੀ ਸ਼ਕਤੀ ਤੁਹਾਡੇ ਕੋਲ ਸ਼ਸਤਰ ਦੀ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਸੱਚਖੰਡ ਨੂੰ ਜਾਣ ਲੱਗੇ ਨਾ, ਮਹਾਰਾਜ ਘੋੜੇ ਤੇ ਚੜ੍ਹੇ ਤੇ ਪਾਤਸ਼ਾਹ ਦੀ ਚਿਖਾ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਸੱਚਖੰਡ ਨੂੰ ਜਾਣ ਵਾਸਤੇ। ਉਸ ਵੇਲੇ ਸੰਗਤਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੋਈ ਸਾਨੂੰ ਅਖੀਰਲੀ ਵੇਲੇ ਦਾ ਹੁਕਮ ਕੋਈ ਕਰ ਦਿਓ, ਕੋਈ ਬਚਨ ਕਰ ਦਿਓ ਆਪਣੇ ਪੰਥ ਨੂੰ, ਕਿਉਂਕਿ ਪੰਥ ਤੁਹਾਡਾ ਸਪੁੱਤਰ ਹੈ, ਤੁਸੀਂ ਇਸ ਦੇ ਮਾਲਕ ਹੋ। ਮਹਾਰਾਜ ਕਿਰਪਾ ਕਰੋ, ਜਾਂਦੀ ਵਾਰ ਦਾ ਕੋਈ ਵੱਡਾ ਬਚਨ ਸਾਡੀ ਝੋਲੀ ਪਾ ਦਿਓ, ਸਾਡਾ ਭਲਾ ਹੋ ਜਾਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਖਿਆ, ਕਹਿਣ ਲੱਗੇ ਖਾਲਸਾ ਜੀ ਅੱਜ ਅਸੀਂ ਅਖੀਰਲੀ ਵਾਰੀ 2 ਬਚਨ ਤੁਹਾਡੀ ਝੋਲੀ ਪਾ ਕੇ ਚੱਲੇ ਹਾਂ,
ਧਿਆਨ ਦੇ ਨਾਲ ਇਹਨਾਂ ਬਚਨਾਂ ਨੂੰ ਸੁਣਨਾ ਤੇ ਇਹਨਾਂ ਦੀ ਕਮਾਈ ਕਰਨੀ। ਪਹਿਲਾ ਬਚਨ ਇਹ ਆ ਵੀ ਕਦੇ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਨਿਤਨੇਮ ਦੇ ਵਿੱਚ ਪਰਪੱਕ ਰਹਿਣਾ। ਇਹ ਪਹਿਲਾ ਬਚਨ ਹੈ। ਅੰਮ੍ਰਿਤ ਵੇਲੇ ਨੂੰ ਸਾਂਭ ਲੈਣਾ ਔਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਜ਼ਰੂਰ ਕਰਨਾ, ਬਾਣੀ ਜ਼ਰੂਰ ਪੜ੍ਹਨੀ। ਇਹ ਸਾਡਾ ਪਹਿਲਾ ਬਚਨ ਹੈ। ਜ਼ਿੰਦਗੀ ਵਿੱਚੋਂ ਇਹ ਬਚਨ ਕਿਤੇ ਘਟੇ ਨਾ, ਕਿਤੇ ਖਤਮ ਨਾ ਹੋਵੇ, ਤੇ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗੁਰਬਾਣੀ ਦਾ ਬਚਨ ਹੈ। ਜੇ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਦੇ ਖਜ਼ਾਨੇ ਕਦੇ ਮੁੱਕਣ ਨਹੀਂ ਦੇਣਗੇ, ਲਪਾ ਲੱਪ ਭਰੇ ਰਹਿਣਗੇ, ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ। ਪਹਿਲਾ ਬਚਨ ਇਹ ਆ ਵੀ ਨਿਤਨੇਮ ਤੇ ਅੰਮ੍ਰਿਤ ਵੇਲਾ ਨਾ ਛੁੱਟੇ। ਤੇ ਸੰਗਤਾਂ ਸਿੱਖਾਂ ਨੇ ਆਖਿਆ ਮਹਾਰਾਜ ਦੂਜਾ ਬਚਨ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੂਜਾ ਬਚਨ ਇਹ ਹੈ, ਸ਼ਸਤਰ ਧਾਰਨ ਕਰਕੇ ਰੱਖਣੇ ਤੇ ਸ਼ਸਤਰਾਂ ਦਾ ਰੋਜ਼ ਅਭਿਆਸ ਕਰਨਾ। ਇਹ ਦੂਜਾ ਬਚਨ ਹੈ। ਤੁਹਾਨੂੰ ਦੁਨੀਆ ਦੀ ਕੋਈ ਕੌਮ ਗੁਲਾਮ ਨਹੀਂ ਬਣਾ ਸਕੇਗੀ, ਤੁਸੀਂ ਦੁਨੀਆ ਦੇ ਉੱਪਰ ਰਾਜ ਕਰੋਗੇ। ਇਹ ਬਚਨ 10ਵੇਂ ਪਾਤਸ਼ਾਹ ਮਹਾਰਾਜ ਨੇ ਜਾਂਦੀ ਵਾਰ ਆਖੇ ਕਿ ਇੱਕ ਨਿਤਨੇਮ ਔਰ ਇੱਕ ਸ਼ਸਤਰਾਂ ਦਾ ਪਹਿਰਾ ਤਗੜਾ ਰੱਖਿਓ, ਰਾਜੇ ਬਣ ਕੇ ਰਾਜ ਕਰੋਗੇ, ਗੁਲਾਮ ਨਹੀਂ ਹੋਵੋਗੇ, ਪਦਾਰਥਾਂ ਦੀ ਕਮੀ ਨਹੀਂ ਹੈ। ਪਰ ਗੁਰਮੁਖੋ ਅੱਜ ਸਾਡੇ ਕੋਲ ਦੋਵੇਂ ਚੀਜ਼ਾਂ ਹੀ ਨਹੀਂ। ਰਾਤ ਨੂੰ 12-1 ਵਜੇ ਜਾ ਕੇ ਆਪਾਂ ਸੌਂਦੇ ਤੇ ਸਵੇਰੇ 12-1 ਵਜੇ ਜਾ ਕੇ ਉੱਠਦੇ, ਨਾ ਬਾਣੀ ਨਾ ਅੰਮ੍ਰਿਤ ਵੇਲਾ, ਤੇ ਸ਼ਸਤਰ ਤੇ ਸਾਨੂੰ ਚੰਗਾ ਹੀ ਨਹੀਂ ਨਾ ਲੱਗਦਾ। ਦੋਨੇ ਚੀਜ਼ਾਂ ਨਹੀਂ, ਕਿੱਥੇ ਰਾਜ ਕਰਨਾ, ਕਿੱਥੇ ਗੁਲਾਮ ਹੋ ਕੇ ਬੈਠ ਗਏ। ਰੋਸ ਮਾਰਚ ਕੱਢਦੇ ਪਏ, ਧਰਨੇ ਦਿੰਦੇ ਪਏ, ਬਣਦਾ ਕੁਝ ਨਹੀਂ ਪਿਆ, ਮਾਰ ਹੀ ਪੈਂਦੀ, ਘਾਟਾ ਹੀ ਪੈ ਰਿਹਾ। ਉਹ ਤਾਂ ਪੈਂਦਾ ਪਿਆ ਕਿਉਂਕਿ ਗੁਰੂ ਦੇ ਬਚਨ ਨਹੀਂ ਮੰਨੇ। ਗੁਰੂ ਦੇ ਬਚਨ ਮੰਨਦੇ ਤੇ ਇਹ ਘਾਟਾ ਨਾ ਪੈਂਦਾ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ। ਭੀਮ ਚੰਦ ਰਾਜੇ ਦਾ ਵਕੀਲ ਆ ਰਿਹਾ ਮਹਾਰਾਜ ਦੇ ਕੋਲ, ਸਤਿਗੁਰੂ ਅੱਗੋਂ ਕੀ ਜਵਾਬ ਦੇਣਗੇ? ਇਹ ਬਚਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।